ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀ ਜੋ MCQ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਨੂੰ ਅੱਗੇ ਵਧਾਵਾਂਗੇ। ਤਾਂ ਆਪਾਂ ਨੈਕਸਟ ਸੈਸ਼ਨ ਅੱਜ ਕਰਾਂਗੇ ਜਿਹੜਾ ਕਿ ਤੁਹਾਨੂੰ ਆਉਣ ਵਾਲੇ ਪੇਪਰ ਜਿਵੇਂ ਕਿ ਪਟਵਾਰੀ, PAU ਦੇ ਵਿੱਚ ਪਟਵਾਰੀ, ਕੰਪਿਊਟਰ ਕਲਰਕ, ਵਕਫ ਬੋਰਡ ਦਾ ਐਗਜ਼ਾਮ ਆਉਣਾ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਫੋਰੈਸਟ ਅਤੇ ਫੋਰੈਸਟ ਗਾਰਡ ਦੀਆਂ ਪੋਸਟਾਂ ਆਈਆਂ ਹੋਈਆਂ ਨੇ, ਉਹਦਾ ਵੀ ਐਗਜ਼ਾਮ ਦਸੰਬਰ ਦੇ ਵਿੱਚ ਲੈਣਾ ਹੈ। ਮਾਸਟਰ ਕੇਡਰ ਦਾ ਐਗਜ਼ਾਮ ਦੇਣਾ ਕਈ ਬੱਚਿਆਂ ਨੇ। ਤਾਂ ਕੰਪਿਊਟਰ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਕੀ ਹੈ ਜੀ ਪ੍ਰੋਬਲਮ ਹੈ। ਤਾਂ ਆਪਾਂ ਇਸ ਵੀਡੀਓ ਦੇ ਵਿੱਚ ਕੀ ਹੈ ਕੁਐਸਚਨ ਤਾਂ ਦੱਸਦੇ ਹੀ ਦੱਸਦੇ ਹਾਂ, ਤਾਂ ਉਸ ਤੋਂ ਇਲਾਵਾ ਹੋਰ ਵੀ ਉਹਦੇ ਨਾਲ ਜੁੜੀ ਹੋਈ ਇਨਫੋਰਮੇਸ਼ਨ ਹੈ ਉਹਨੂੰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਕੌਮੈਂਟ ਕਰਨਾ ਨਾ ਭੁੱਲੋ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਵਰਕ ਕਰ ਰਹੀ ਹੈ, ਤਾਂ ਤੁਸੀਂ ਧਿਆਨ ਰੱਖੋ। ਇਹ ਕੀ ਹੈ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓਜ਼ ਨੇ ਤੁਹਾਡੇ ਲਈ। ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਪੋਸਟ ਸਟੈਂਡਸ ਫॉर। ਪੋਸਟ ਦੇਖੋ ਜੀ, ਪੋਸਟ ਦੀ ਉਹਨੇ ਫੁੱਲ ਫਾਰਮ ਪੁੱਛਿਆ, ਤਾਂ ਇਹਦੀ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਪਾਵਰ ਔਨ ਸੈਲਫ ਟੈਸਟ। ਬੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ, ਪਾਵਰ ਔਨ ਸੈਲਫ ਟੈਸਟ। ਜਦੋਂ ਵੀ ਤੁਸੀਂ ਕੀ ਹੈ ਜੀ ਕੰਪਿਊਟਰ ਨੂੰ ਸਟਾਰਟ ਕਰਦੇ ਹੋ ਤਾਂ ਤੁਹਾਡਾ ਜਿਹੜਾ ਪਹਿਲਾਂ ਨਾ ਸਾਰਿਆਂ ਨਾਲੋਂ ਪਹਿਲਾਂ ਜਦੋਂ ਬਲੈਕ ਜੀ ਸਕਰੀਨ ਆਉਂਦੀ ਹੈ, ਜਦੋਂ ਤੁਸੀਂ ਬਟਨ ਪ੍ਰੈਸ ਕਰਦੇ ਹੋ ਤਾਂ ਸਟਾਰਟਿੰਗ ਕਰਨ ਵੇਲੇ ਤਾਂ ਨਾ ਉਦੋਂ ਬਾਅਦ ਕੀ ਹੈ ਜੀ ਬਲੈਕ ਜੀ ਸਕਰੀਨ ਆਉਂਦੀ ਹੈ, ਉਹਦੇ ਉੱਤੇ ਵਾਈਟ ਅੱਖਰ ਲਿਖੇ ਹੁੰਦੇ ਨੇ। ਤਾਂ ਉਹ ਕੀ ਹੈ ਜੀ ਪਾਵਰ ਔਨ ਸੈਲਫ ਟੈਸਟ, ਬਾਇਓਸ ਦਾ ਜਿਹੜਾ ਕੰਮਕਾਰ ਹੁੰਦਾ ਸਾਰਾ ਉਹ ਚੱਲ ਰਿਹਾ ਹੁੰਦਾ ਉਦੋਂ, ਠੀਕ ਹੈ ਜੀ। ਤਾਂ ਧਿਆਨ ਰੱਖਿਓ, ਕਈ ਬੱਚਿਆਂ ਨੇ ਦੇਖਿਆ ਹੋਊਗਾ ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਵਿੰਡੋ ਖੁੱਲ੍ਹਣ ਤੋਂ ਪਹਿਲਾਂ, ਠੀਕ ਹੈ ਜੀ। ਕੰਪਿਊਟਰ ਦਾ ਜਿਹੜਾ ਫਾਦਰ ਹੈ ਜੀ ਉਹ ਕੌਣ ਹੈ ਜੀ, ਚਾਰਲਸ ਬੈਬੇਜ, ਠੀਕ ਹੈ। ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। 2 ਦਸੰਬਰ ਨੂੰ ਕੀ ਹੁੰਦਾ ਜੀ, ਕੰਪਿਊਟਰ ਲਿਟਰੇਸੀ ਡੇ। 2 ਦਸੰਬਰ ਨੂੰ ਕੀ ਹੁੰਦਾ ਜੀ, ਕੰਪਿਊਟਰ ਲਿਟਰੇਸੀ ਡੇ। ਇੰਨਾ ਕੁ ਤੁਹਾਨੂੰ ਮੈਂ ਯਾਦ ਕਰਵਾ ਦੂੰਗਾ ਰਿਪੀਟ ਕਰਕੇ ਕਿ ਤੁਹਾਨੂੰ ਜੇ ਪੇਪਰ ਦੇ ਵਿੱਚ 20 ਨੰਬਰ ਦਾ ਮੈਕਸੀਮਮ ਕੀ ਹੈ ਜੀ 20 ਨੰਬਰ ਦਾ ਜਿਹੜਾ ਕੰਪਿਊਟਰ ਹੈ ਉਹ ਪੰਜਾਬ ਦੇ ਪੇਪਰਾਂ ਦੇ ਵਿੱਚ ਅੱਜ ਕੱਲ੍ਹ ਆਉਂਦਾ ਹੀ ਆਉਂਦਾ, ਠੀਕ ਹੈ ਜੀ। ਤਾਂ ਬੱਚੇ ਕੀ ਨੇ 10 ਕੁਐਸਚਨ ਕੀ ਨੇ ਉਹ ਗਲਤ ਕਰਕੇ ਆਉਂਦੇ ਨੇ ਜਾਂ ਛੱਡ ਕੇ ਆਉਂਦੇ ਨੇ। ਤਾਂ ਹੁਣ ਤੁਸੀਂ ਕੀ ਹੈ ਜੀ 20 ਦੇ ਵਿੱਚੋਂ 20 ਨੰਬਰ ਲੈ ਕੇ ਆਓਗੇ ਜੇਕਰ ਤੁਸੀਂ ਵੀਡੀਓ ਆ ਜਿਹੜੀ ਉਹ ਦੇਖਦੇ ਹੋ। ਕੰਪਿਊਟਰ ਦਾ ਜਿਹੜਾ ਫਾਦਰ ਹੈ ਚਾਰਲਸ ਬੈਬੇਜ ਦਾ, 2 ਦਸੰਬਰ ਨੂੰ ਕੰਪਿਊਟਰ ਲਿਟਰੇਸੀ ਡੇ ਮਨਾਇਆ ਜਾਂਦਾ ਹੈ, ਠੀਕ ਹੈ ਜੀ। ਇੰਨੀ ਗੱਲ ਧਿਆਨ ਦੇ ਵਿੱਚ ਹੈ। ਹੁਣ ਮੈਂ ਤੁਹਾਨੂੰ ਕਿਹਾ ਜੀ ਕੰਪਿਊਟਰ ਨੂੰ ਤੁਸੀਂ ਸਟਾਰਟ ਕਰਨਾ ਹੈ। ਦੇਖੋ ਸਟਾਰਟ ਕਿਵੇਂ ਕਰਨਾ ਹੈ, ਜਦੋਂ ਵੀ ਤੁਸੀਂ ਕੰਪਿਊਟਰ ਨੂੰ ਸਟਾਰਟ ਕਰਦੇ ਹੋ ਉਦੋਂ ਬਾਅਦ ਉਹਨੂੰ ਕੀ ਕਰਨਾ, ਤੁਸੀਂ ਬੰਦ ਕਰਨਾ ਹੈ, ਠੀਕ ਹੈ। ਬੰਦ ਆਪਾਂ 2 ਤਰੀਕਿਆਂ ਨਾਲ ਕਰਦੇ ਹਾਂ। ਕਿਵੇਂ ਕਰਦੇ ਹਾਂ, ਇੱਕ ਹੁੰਦੀ ਹੈ ਜੀ ਕੋਲਡ ਬੂਟਿੰਗ, ਇੱਕ ਹੁੰਦੀ ਹੈ ਜੀ ਕੋਲਡ ਬੂਟਿੰਗ, ਧਿਆਨ ਰੱਖਿਓ। ਇੱਕ ਹੁੰਦੀ ਹੈ ਜੀ ਤੁਹਾਡੀ ਵਾਰਮ ਬੂਟਿੰਗ, ਠੀਕ ਹੈ ਜੀ। 2 ਤਰ੍ਹਾਂ ਦੀ ਬੂਟਿੰਗ ਹੁੰਦੀ ਹੈ ਜੀ, ਠੀਕ ਹੈ, ਕੋਲਡ ਬੂਟਿੰਗ ਅਤੇ ਵਾਰਮ ਬੂਟਿੰਗ। ਬੂਟਿੰਗ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੋਰ ਦੱਸ ਦਿਆਂ। ਜਦੋਂ ਵੀ ਤੁਸੀਂ ਕੀ ਹੈ ਜੀ ਘਰੇ ਵਿੰਡੋ ਕਰੋਗੇ, ਜਿੰਨਾ ਵੀ ਬੱਚਿਆਂ ਨੇ ਕੀ ਹੈ ਘਰੇ ਵਿੰਡੋ CD ਲਿਆ ਕੇ ਵਿੰਡੋ ਕੀਤੀ ਆ, ਤਾਂ ਉਹ ਕੀ ਕਰਦਾ CD ਪਹਿਲਾਂ ਆਪਾਂ ਜਦੋਂ ਉਹਦੇ ਵਿੱਚ ਪਾਉਂਦੇ ਹਾਂ ਰਾਈਟਰ ਦੇ ਵਿੱਚ, ਤਾਂ ਪਹਿਲਾਂ ਉਹ CD ਕੀ ਹੁੰਦੀ ਹੈ ਜੀ ਬੂਟ ਹੁੰਦੀ ਹੈ, ਠੀਕ ਹੈ ਨਾ ਗੱਲ। ਤਾਂ ਹੁਣ ਇੱਥੇ ਬੂਟਿੰਗ ਦੇ ਨਾਲ ਰਿਲੇਟਡ ਕੀ ਹੈ ਜੀ 2 ਟਰਮਾਂ ਵਰਤੀਆਂ ਜਾਂਦੀਆਂ ਨੇ, ਕੋਲਡ ਬੂਟਿੰਗ ਅਤੇ ਵਾਰਮ ਬੂਟਿੰਗ। ਕੋਲਡ ਬੂਟਿੰਗ ਮਤਲਬ ਠੰਡੀ ਬੂਟਿੰਗ, ਠੰਡੀ ਬੂਟਿੰਗ ਮਤਲਬ ਜਦੋਂ ਵੀ ਤੁਸੀਂ ਕੰਪਿਊਟਰ ਨੂੰ ਆਪਦਾ ਪ੍ਰੋਪਰਲੀ ਬੰਦ ਕੀਤਾ, ਸਿਸਟੇਮੈਟਿਕਲੀ ਬੰਦ ਕੀਤਾ, ਮਤਲਬ ਤੁਸੀਂ ਕੀ ਕੀਤਾ ਸਟਾਰਟ 'ਤੇ ਕਲਿੱਕ ਕਰਕੇ ਉਦੋਂ ਬਾਅਦ ਕੀ ਕੀਤਾ ਜੀ ਉਹਨੂੰ ਸ਼ਟ ਡਾਊਨ ਕੀਤਾ, ਠੀਕ ਹੈ ਨਾ ਗੱਲ। ਤਾਂ ਉਹ ਹੁੰਦੀ ਹੈ ਜੀ ਤੁਹਾਡੀ ਕੋਲਡ ਬੂਟਿੰਗ, ਠੀਕ ਹੈ ਜੀ। ਪਰ ਜਦੋਂ ਵੀ ਤੁਹਾਡਾ ਕੀ ਹੈ ਜੀ ਤੁਸੀਂ ਉਹਨੂੰ ਸਿੱਧਾ ਬਟਨ ਨੱਪਤਾ ਪ੍ਰੈਸ ਕਰਤਾ, ਬਟਨ ਕਿਹੜਾ ਰੀਸਟਾਰਟ ਵਾਲਾ ਜਾਂ ਸਿੱਧਾ ਆਫ ਵਾਲਾ ਬਟਨ ਪ੍ਰੈਸ ਕਰਤਾ, ਜਾਂ ਹੁਣ ਕਈ ਵਾਰ ਆਪਾਂ ਕੀ ਕਰਦੇ ਹਾਂ ਆਪਣੇ ਕੋਲ UPS ਨਹੀਂ ਹੁੰਦਾ ਤਾਂ ਕਈ ਵਾਰ ਲਾਈਟ ਚਲੀ ਜਾਵੇ, ਉਹ ਵੀ ਕੀ ਹੈ ਜੀ ਵਾਰਮ ਬੂਟਿੰਗ ਦੀ ਕੀ ਹੈ ਐਗਜ਼ਾਮਪਲ ਹੈ। ਤਾਂ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਸਕਦਾ ਹੈ ਬਈ ਕੋਲਡ ਬੂਟਿੰਗ ਕੀ ਹੁੰਦੀ ਹੈ ਅਤੇ ਵਾਰਮ ਬੂਟਿੰਗ ਕੀ ਹੁੰਦੀ ਹੈ, ਠੀਕ ਹੈ। ਕੋਲਡ ਬੂਟਿੰਗ ਉਹ ਹੁੰਦੀ ਹੈ ਜਦੋਂ ਅਸੀਂ ਕੀ ਹੈ ਜੀ ਪ੍ਰੋਪਰ ਸਿਸਟਮ ਨੂੰ ਆਪਣੇ ਇੱਕ ਪ੍ਰੋਸੈਸ ਦੇ ਰਾਹੀਂ ਬੰਦ ਕਰੀਏ ਜਿਹੜਾ ਕੀ ਬਣਿਆ ਹੋਇਆ, ਠੀਕ ਹੈ, ਸ਼ਟ ਡਾਊਨ ਕਰੀਏ, ਠੀਕ ਹੈ। ਪਰ ਵਾਰਮ ਬੂਟਿੰਗ ਕੀ ਹੁੰਦੀ ਹੈ, ਜਦੋਂ ਅਸੀਂ ਸ਼ਟ ਡਾਊਨ ਨਾ ਕਰੀਏ ਸਿੱਧਾ ਹੀ ਬੰਦ ਕਰ ਦਈਏ, ਉਹ ਹੁੰਦੀ ਹੈ ਜੀ ਵਾਰਮ ਬੂਟਿੰਗ। ਇੰਨੀ ਗੱਲ ਦਾ ਧਿਆਨ ਰੱਖਿਓ। ਦੂਜਾ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਆ ਨੈਟਵਰਕ ਇਨ ਵਿਚ ਕੰਪਿਊਟਰਸ ਆਰ ਲੋਕੇਟਡ ਫਿਜ਼ੀਕਲੀ ਕਲੋਜ਼ ਟੁਗੈਦਰ ਆਫਨ ਇਨ ਦਾ ਸੇਮ ਬਿਲਡਿੰਗ। ਦੇਖੋ ਜੀ ਨੈਟਵਰਕ ਪਹਿਲੀ ਗੱਲ ਤਾਂ ਕੀ ਹੁੰਦਾ ਜੀ, ਜਿਹੜਾ ਵੀ ਆਪਾਂ ਅੱਜ ਕੱਲ੍ਹ ਕੀ ਹੈ ਇੱਕ ਦੂਜੇ ਦੇ ਨਾਲ ਕਨੈਕਟਡ ਹਾਂ
ਉਹ ਕਾਹਦੇ ਕਰਕੇ ਕਨੈਕਟਡ ਆ ਜੀ, ਨੈਟਵਰਕ ਦੇ ਕਰਕੇ ਕਨੈਕਟਡ ਆ ਜੀ। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਨੈਟਵਰਕ ਆ ਜਿਹੜਾ ਸਾਡਾ ਕਿੰਨੇ ਤਰ੍ਹਾਂ ਦਾ ਹੁੰਦਾ ਜੀ, 3 ਤਰ੍ਹਾਂ ਦਾ ਹੁੰਦਾ ਹੈ, ਲੈਨ, ਮੈਨ ਤੇ ਵੈਨ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ ਜੀ, ਲੈਨ, ਮੈਨ ਤੇ ਵੈਨ, ਇੰਨੀ ਗੱਲ ਕਲੀਅਰ ਹੈ ਜੀ। ਹੁਣ ਦੂਜੀ ਗੱਲ, ਇਹਦਾ ਜਿਹੜਾ ਕੁਐਸਚਨ ਦਾ ਮੀਨਿੰਗ ਕੀ ਬਣਿਆ, ਤਾਂ ਕੰਪਿਊਟਰ ਕਹਿੰਦਾ ਜਿਹੜੇ ਕੰਪਿਊਟਰ ਕੀ ਹੈ ਤੁਹਾਡੇ ਕਲੋਜ਼ਲੀ ਨੇੜੇ ਤੇੜੇ ਹੋਣਗੇ ਤੇ ਇੱਕੋ ਹੀ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਹੋਣਗੇ, ਉਹ ਕਿਹੜੇ ਮਾਧਿਅਮ ਦੇ ਰਾਹੀਂ ਜੁੜੇ ਹੋਣਗੇ, ਤਾਂ ਸਿੱਧਾ ਆਨਸਰ ਹੈ ਜੀ ਇਹਦਾ ਏ ਆਪਸ਼ਨ, ਲੈਨ। ਠੀਕ ਹੈ ਜੀ, ਲੈਨ ਦੇ ਰਾਹੀਂ ਕੀ ਹੈ ਜੀ ਉਹ ਜੁੜੇ ਹੋਏ ਹੋਣਗੇ। ਹੁਣ ਪੇਪਰ ਦੇ ਵਿੱਚ ਤੁਹਾਨੂੰ ਵੀ ਪੁੱਛਣਗੇ ਜੀ ਲੈਨ ਦੀ ਫੁੱਲ ਫਾਰਮ ਕੀ ਹੈ, ਤਾਂ ਤੁਸੀਂ ਕਹੋਗੇ ਜੀ ਲੋਕਲ ਏਰੀਆ ਨੈਟਵਰਕ। ਠੀਕ ਹੈ ਜੀ, ਲੋਕਲ ਏਰੀਆ ਨੈਟਵਰਕ। ਮੈਨ ਦੀ ਫੁੱਲ ਫਾਰਮ ਪੁੱਛ ਲੈਣਗੇ ਜੀ ਮੈਟਰੋਪੋਲੀਟਨ ਏਰੀਆ ਨੈਟਵਰਕ। ਠੀਕ ਹੈ ਜੀ, ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। WAN ਦੀ ਫੁੱਲ ਫਾਰਮ ਹੈਗੀ ਜੀ ਵਾਈਡ ਏਰੀਆ ਨੈਟਵਰਕ। ਠੀਕ ਹੈ ਜੀ, ਧਿਆਨ ਰੱਖਿਓ 3 ਤਰ੍ਹਾਂ ਦੇ ਆਪਣੇ ਕੀ ਨੇ ਜੀ ਮਾਧਿਅਮ ਨੇ, ਨੈਟਵਰਕ ਸਿਸਟਮ ਨੇ, ਲੈਨ, ਵੈਨ ਤੇ ਮੈਨ। ਠੀਕ ਹੈ ਜੀ, ਮੈਨ ਪੇਪਰ ਦੇ ਵਿੱਚ ਬਹੁਤ ਆਉਂਦਾ ਜੀ, ਮੈਟਰੋਪੋਲੀਟਨ ਏਰੀਆ ਨੈਟਵਰਕ। ਠੀਕ ਹੈ ਜੀ, ਯਾਦ ਰੱਖਿਓ। ਰੈਮ ਦੀ ਫੁੱਲ ਫਾਰਮ ਕੀ ਹੈ ਜੀ, ਰੈਂਡਮ ਐਕਸੈਸ ਮੈਮਰੀ, ਰੈਂਡਮ ਐਕਸੈਸ ਮੈਮਰੀ। ਰੋਮ ਦੀ ਫੁੱਲ ਫਾਰਮ ਕੀ ਹੈ ਜੀ, ਰੀਡ ਓਨਲੀ ਮੈਮਰੀ। ਠੀਕ ਹੈ ਜੀ, ਹੁਣ ਰੈਮ ਤੇ ਰੋਮ ਦੀ ਜਦੋਂ ਗੱਲ ਆਈ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਹੋਰ ਦੱਸਦਾ। ਰੈਮ ਕੀ ਹੈ ਜੀ ਤੇ ਰੋਮ ਕੀ ਹੈ, ਪੇਪਰ 'ਚ ਪੁੱਛ ਲੈਂਦੇ ਨੇ। ਇਹਨਾਂ ਵਿੱਚੋਂ ਵੋਲਾਟਾਈਲ ਕਿਹੜਾ ਹੈ ਤੇ ਨਾਨ ਵੋਲਾਟਾਈਲ ਕਿਹੜਾ ਹੈ। ਰੈਮ ਕੀ ਹੈ ਜੀ, ਵੋਲਾਟਾਈਲ ਹੈ, ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। ਰੈਮ ਕੀ ਹੈ ਜੀ, ਤਾਂ ਇਹ ਵੋਲਾਟਾਈਲ ਇਨ ਨੇਚਰ ਹੈ। ਠੀਕ ਹੈ, ਰੋਮ ਕੀ ਹੈ ਜੀ, ਨਾਨ ਵੋਲਾਟਾਈਲ। ਇੰਨੀ ਗੱਲ ਕਲੀਅਰ ਹੈ ਜੀ, ਨਾਨ ਵੋਲਾਟਾਈਲ। ਹੁਣ ਤੁਹਾਨੂੰ ਕੀ ਹੈ ਜੀ ਵੋਲਾਟਾਈਲ ਅਤੇ ਨਾਨ ਵੋਲਾਟਾਈਲ ਬਾਰੇ ਦੱਸਦਾ ਵੀ ਵੋਲਾਟਾਈਲ ਕਿਉਂ ਹੈ ਤੇ ਨਾਨ ਵੋਲਾਟਾਈਲ ਕਿਉਂ ਆ। ਵੋਲਾਟਾਈਲ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਕੀ ਹੈ ਜੀ ਬਦਲ ਜਾਂਦੀ ਹੈ। ਠੀਕ ਹੈ, ਬਦਲ ਜਾਂਦੀ ਹੈ, ਉਹ ਕੀ ਹੁੰਦੀ ਹੈ ਜੀ, ਵੋਲਾਟਾਈਲ ਹੁੰਦੀ ਹੈ। ਮਤਲਬ ਜਦੋਂ ਆਪਾਂ ਕੋਈ ਵੀ ਕੰਮ ਹੈ ਜਿਹੜਾ ਕੰਪਿਊਟਰ ਦੇ ਵਿੱਚ ਕਰ ਰਹੇ ਹਾਂ, ਠੀਕ ਹੈ, ਤਾਂ ਇੱਕੋ ਦਮ ਕੀ ਹੈ ਜੀ ਆਪਾਂ ਪਾਵਰ ਸਪਲਾਈ ਹੈ ਜਿਹੜੀ ਆਪਾਂ ਕੰਪਿਊਟਰ ਹੈ ਜਿਹੜਾ ਉਹ ਬੰਦ ਕਰਤਾ, ਆਫ ਕਰਤੀ। ਠੀਕ ਹੈ, ਪਾਵਰ ਸਪਲਾਈ, ਤਾਂ ਜਿਹੜਾ ਵੀ ਤੁਹਾਡਾ ਡਾਟਾ ਹੋਊਗਾ ਉਹ ਕੀ ਹੋ ਜਾਊਗਾ ਜੀ, ਇਰੇਜ਼ ਹੋ ਜੂ। ਇਰੇਜ਼ ਹੋ ਜੇ ਤਾਂ ਉਹਨੂੰ ਕਹਿੰਦੇ ਨੇ ਵੋਲਾਟਾਈਲ। ਤਾਂ ਰੈਮ ਕਿਹੜਾ ਜੀ, ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ ਹੈ, ਵੋਲਾਟਾਈਲ। ਬਟ ਰੋਮ ਦੇ ਵਿੱਚ ਕੀ ਹੈ, ਜਦੋਂ ਅਸੀਂ ਕੀ ਹੈ ਪਾਵਰ ਸਪਲਾਈ ਆਫ ਕਰ ਦਈਏ ਤੇ ਤੁਹਾਡਾ ਜਿਹੜਾ ਡਾਟਾ ਹੈ ਉਹ ਇਰੇਜ਼ ਨਾ ਹੋਵੇ, ਉਹ ਕਿਹਦੀ ਐਗਜ਼ਾਮਪਲ ਆ ਜੀ, ਰੋਮ ਦੀ, ਤਾਂ ਉਹਨੂੰ ਤਾਂ ਕਰਕੇ ਕਿਹਾ ਜਾਂਦਾ ਜੀ ਨੌਨ ਵੋਲਾਟਾਈਲ। ਠੀਕ ਹੈ ਜੀ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। program such as Mozilla Firefox that serve as navigable windows into the web are called Mozilla Firefox ਕੀ ਹੈ ਜੀ, ਇਹ ਇੱਕ ਆਪਣਾ ਕੀ ਆ ਵੈਬ ਬੇਸ ਹੈ ਜੀ। ਠੀਕ ਹੈ, ਪ੍ਰੋਗਰਾਮ ਹੈ, ਇਹਨੂੰ ਕੀ ਕਹਿੰਦੇ ਨੇ, ਤਾਂ ਇਹ ਕੀ ਹੈ ਜੀ, ਵੈਬ ਬਰਾਊਜ਼ਰ ਹੈ। ਠੀਕ ਹੈ ਜੀ, ਪਤਾ ਹੀ ਹੋਊਗਾ ਸਾਰਿਆਂ ਨੂੰ। ਜਿਵੇਂ ਹੁਣ ਕਈਆਂ ਕੋਲੇ ਕ੍ਰੋਮ ਹੁੰਦਾ, ਮੋਸਟਲੀ ਆਪਣੇ ਫੋਨਸ ਦੇ ਵਿੱਚ, ਲੈਪਟਾਪ ਦੇ ਵਿੱਚ ਕ੍ਰੋਮ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ। ਠੀਕ ਹੈ, ਤਾਂ ਇਹ ਵੈਬ ਬਰਾਊਜ਼ਰ ਹੈ। ਮੋਜ਼ੀਲਾ ਫਾਇਰਫੌਕਸ ਇਹ ਵੀ ਕਿਹਦੀ ਐਗਜ਼ਾਮਪਲ ਹੈ ਜੀ, ਤੁਹਾਡੇ ਵੈਬ ਬਰਾਊਜ਼ਰ ਦੀ ਕੀ ਆ ਐਗਜ਼ਾਮਪਲ ਹੈ। ਠੀਕ ਹੈ ਜੀ, ਇੰਟਰਨੈਟ ਦੀ ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਲੈਣ ਤਾਂ ਉਹ ਹੈਗੇ ਜੀ ਇੰਟਰਨੈਸ਼ਨਲ ਨੈਟਵਰਕ। ਠੀਕ ਹੈ ਜੀ, ਧਿਆਨ ਰੱਖਣਾ ਤੁਸੀਂ, ਇੰਟਰਨੈਸ਼ਨਲ ਨੈਟਵਰਕ ਕੀ ਹੈ, ਇਹਦੀ ਫੁੱਲ ਫਾਰਮ ਹੈ। ਪੇਪਰ ਦੇ ਵਿੱਚ ਇੰਟਰਨੈਟ ਦਾ ਫਾਦਰ ਪੁੱਛ ਲਏ ਤਾਂ ਕੌਣ ਹੈ ਜੀ, ਵਿੰਟ ਸਰਫ। ਠੀਕ ਹੈ ਜੀ, ਵਿੰਟ ਸਰਫ ਕੀ ਹੈ ਜੀ, ਇੰਟਰਨੈਟ ਦਾ ਫਾਦਰ ਹੈ। ਉਦੋਂ ਬਾਅਦ ਰੈਮ ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ, ਰੈਂਡਮ ਐਕਸੈਸ ਮੈਮਰੀ। ਤਾਂ ਇੱਕ ਥੋੜ੍ਹਾ ਤੁਹਾਨੂੰ ਮੈਂ ਹੋਰ ਦੱਸਦਾ, ਰੈਮ ਹੈ ਜਿਹੜਾ ਉਹ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਹੁੰਦਾ। ਰੈਮ ਹੈ ਜਿਹੜਾ ਉਹ 2 ਕੈਟੇਗਰੀਜ਼ ਦੇ ਵਿੱਚ ਕੀ ਹੈ ਜੀ ਡਿਵਾਈਡ ਹੁੰਦਾ। ਇੱਕ ਹੁੰਦਾ ਜੀ ਡੀ ਰੈਮ, ਇੱਕ ਹੁੰਦਾ ਜੀ ਤੁਹਾਡਾ ਐਸ ਰੈਮ। ਇੰਨੀ ਗੱਲ ਕਲੀਅਰ ਹੈ ਜੀ, ਇੱਕ ਹੁੰਦਾ ਜੀ ਤੁਹਾਡਾ ਡੀ ਰੈਮ, ਇੱਕ ਹੁੰਦਾ ਜੀ ਐਸ ਰੈਮ। ਆਹ ਵਾਲਾ ਜਿਹੜਾ ਪਿਛਲਾ ਹੈ ਜੀ ਰੈਮ, ਇਹਦੀ ਤਾਂ ਫੁੱਲ ਫਾਰਮ ਕੀ ਹੈ, ਸਿੰਪਲ ਰੈਂਡਮ ਐਕਸੈਸ ਮੈਮਰੀ। ਡੀ ਦਾ ਮਤਲਬ ਕੀ ਹੈ ਜੀ, ਡਾਇਨਾਮਿਕ। ਠੀਕ ਹੈ ਜੀ, ਡਾਇਨਾਮਿਕ ਹੈ।
एस का मतलब की है जी स्टैटिक रैंडम एक्सैस मैमरी। ठीक है जी, इत्थे एग्जामिनर क्वेश्चन बनाउंदा जी, की बनाउंदा है डी रैम ते एस रैम के उत्ते। तो तुसीं ध्यान नाल ये क्वेश्चन देखो, पेपर च पुछ लैंदे आ किहड़ी जिहड़ी इहो जी मैमरी है जिहनूं रिफ्रैश करन दी लोड़ पैंदी है। दूजा क्वेश्चन की बना लैंदा है किहड़ी इहो जी मैमरी है जिहनूं रिफ्रैश करन दी लोड़ नहीं पैंदी। ठीक है, तो देखो जदों भी एस रैम की गल करूगा तो इट नीड्स, इनू रिफ्रैश करने की लोड़ नहीं पैंदी, इट नीड्स नॉट रिफ्रैश। ठीक है, पेपर च पुछ ले किहड़ी मैमरी नूं रिफ्रैश करने की लोड़ पैंदी है, सॉरी नहीं पैंदी एस रैम। ठीक है, स्टैटिक रैंडम एक्सैस मैमरी नूं रिफ्रैश करने की लोड़ नहीं पैंदी, बट इस दे उल्ट डी रैम नूं की है जी लोड़ पैंदी है रिफ्रैश करने की, तो यह कंटीन्यूसली की करनी पैंदी है जी, रिफ्रैश करनी पैंदी है। इन्नी गल क्लीयर है जी। हुण मैनूं रिफ्रैश तो एक गल होर याद आई, पेपर ਦੇ ਵਿੱਚ ਤੁਹਾਨੂੰ ਪੁੱਛ ਲੈਣ, ਤੁਸੀਂ ਡੈਸਕਟਾਪ ਤੇ ਖੜੇ ਹੋ, ਸਾਰਿਆਂ ਨੂੰ ਪਤਾ ਹੋਊਗਾ ਕੰਪਿਊਟਰ ਹਰ ਇੱਕ ਦੇ ਘਰ ਦੇ ਵਿੱਚ ਹੈਗੇ ਹੀ ਹੈ ਜੀ। ਤਾਂ ਤੁਸੀਂ ਕੀ ਕਰਦੇ ਹੋ, ਪਹਿਲਾਂ ਤਾਂ ਜਦੋਂ ਤੁਹਾਡਾ ਕੰਪਿਊਟਰ ਚੱਲਦਾ ਹੈ ਜੀ ਤਾਂ ਤੁਸੀਂ ਕੀ ਕਰਦੇ ਹੋ, ਪਹਿਲਾ ਪ੍ਰੋਸੈਸ ਮਾਊਸ ਨਾਲ ਰੀਫਰੈਸ਼ ਕਰਦੇ ਹੋ। ਠੀਕ ਹੈ, ਤਾਂ ਉਦੋਂ ਬਾਅਦ ਜਿਹੜੀ ਉਹਦੀ ਸ਼ਾਰਟਕਟ ਕੀ ਹੈ F5 ਦੇ ਨਾਲ ਆਪਾਂ ਫਿਰ ਰੀਫਰੈਸ਼ ਕਰਦੇ ਹਾਂ। ਠੀਕ ਹੈ, ਵੀ ਕੰਪਿਊਟਰ ਕੀ ਹੈ ਸਮੂਥਲੀ ਚੱਲੇ। ਠੀਕ ਹੈ ਜੀ, ਤਾਂ ਪੇਪਰ 'ਚ ਪੁੱਛ ਸਕਦੇ ਆ ਰੀਫਰੈਸ਼ ਵਾਸਤੇ ਜਿਹੜੀ ਸ਼ਾਰਟਕਟ ਕੀ ਹੈ ਜਾਂ ਕਿਹੜੀ ਫੰਕਸ਼ਨ ਕੀ ਹੈ ਉਹ ਇਸਤੇਮਾਲ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਹੈ ਜੀ F5। ਹੁਣ ਇਹੀ F5 ਦਾ ਕੰਮ ਪਾਵਰ ਪੁਆਇੰਟ 'ਚ ਕਿਵੇਂ ਲਿਆ ਜਾਂਦਾ, ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖੋ। ਪਾਵਰ ਪੁਆਇੰਟ ਦੇ ਵਿੱਚ F5 ਨੂੰ ਜੀ ਸਟਾਰਟ ਸਲਾਈਡ ਸ਼ੋ, ਸਲਾਈਡ ਸ਼ੋ ਨੂੰ ਕੀ ਹੈ ਜੀ ਸਟਾਰਟ ਕਰਨ ਵਾਸਤੇ ਕੀ ਹੈ F5 यूज़ किया जाता है। F5 की है जी एक फंक्शन की है, पेपर ਦੇ ਵਿੱਚ ਪੁੱਛ ਲੈਣ टोटल फंक्शन कीज़ कितनियां ने, तो तुसी कहोगे जी 12 ने। ठीक है जी, तो इन्ना याद रख लो, इन्फॉर्मेशन ज़्यादा लंबी हो जू। स्टार्ट और रीस्टार्ट द कंप्यूटर मीनस मैं पहले ही दस चुकिया, तो इनू की कहा जाता है जी बूट कहा जाता है। ठीक है, सी ऑप्शन इसका की है जी सही आंसर है। एग्जिट की होंगे जी बंद करना। ठीक है, होर कुछ ये ऑप्शन के काम का नहीं है। पहला भी दस चुके हैं जी, बूटिंग दो तरह की होंगी है जी, एक होंगी जी तुहाडी वार्म बूटिंग, एक होंगी है जी तुहाडी कोल्ड बूटिंग। ठीक है जी, तो सिंपल भाषा के की है जी कोल्ड बूटिंग कि होंगी है जो असी कंप्यूटर को प्रॉपरली की है शट डाउन करते हैं। ठीक है, वो होंगी है जी कोल्ड बूटिंग ठंडी ठंडे तरीके नाल। वार्म बूटिंग की होंगी है जी जो असी कंप्यूटर को सीधा बंद कर दईए तो वह की होंगे जी वार्म बूटिंग कहलाउंदा जी। ठीक है, तो ध्यान रखियो कंप्यूटर का फादर कौन सीगा जी, चार्ल्स बेबेज सीगा जी। 2 दिसंबर को है जी कंप्यूटर लिटरेसी डे बनाया जाता है जी। ठीक है, तो ध्यान रखियो इंपॉर्टेंट है। यू क्लिक एट बी टू मेक द टेक्स्ट, बी जी शॉर्टकट की है। ठीक है, कि मतलब जो तुम प्रैस करोगे कंट्रोल के नाल जो बी प्रैस करोगे तो तुहानू की संकेत देगी, तो वो देगी जी बोल्ड। बी मतलब बोल्ड, तुहाडे जिहड़े सारे अखर ने हुण जिवें की हुंदा बोल्ड की हुंदे ने, जिवें तुसीं ना कदे देखिया होऊगा जिवें आ तुसीं लोगो दे विच देख सकदे हो, कित्थे गया हो अपना आ देखो आ वाले ना थोड़े जे अखर जिवें मानसापुर, ये सारे मोटे किए हुए हैं, ये मतलब बोल्ड किए हुए हैं। ठीक है जी, तो यह की है जी बोल्ड मतलब आप तां करते हैं भी कोई चीज़ जल्दी पहचान दे विच आ जाए। ठीक है, तो पेपर च पूछ सकते हैं कंट्रोल प्लस बी है जी कि शॉर्टकट की है बोल्ड करने के लिए है। ठीक है, जे कंट्रोल प्लस आई पूछ ले तो वह है जी इटैलिक्स की। ठीक है जी, इटैलिक्स की है जी की है कंट्रोल प्लस आई। ये पूछ ले कंट्रोल प्लस यू तो ये की हो जाता है जी अंडरलाइन। इन्नी गल क्लीयर है जी, तो ध्यान रखियो। एक गल होर मैनूं याद आई है जी शॉर्टकट की दे नाल रिलेटेड, 3 तो तुसीं ये याद रखनियां ने जी। एक तुसीं कट की याद रखनी है, कट कॉपी की याद रखनी है, तो पेस्ट की याद रखनी है। हुण देखो कट कॉपी तो पेस्ट की तुसीं किवें याद रख सकते हो, कई बच्चे सोचणगे कंट्रोल प्लस सी जो मैं प्रैस कर दूँ तो कट हो जू, नहीं गलत हो जाओगे जी। कंट्रोल प्लस सी काहदे वास्ते है जी, ये हैगी है जी कॉपी वास्ते। इन्नी गल क्लीयर है। दूजी गल एक्स काहदे लई यूज़ की जाती है जी, कंट्रोल प्लस एक्स जो प्रैस करोगे तो ये हैगी है जी कट दी। ठीक है, तुसीं इहनूं ट्रिक किवें याद रख सकते हो, आ लाइन मारी तो आ मैं कटती एक्स बन गया, तो की है जी कट वास्ते की है कंट्रोल प्लस एक्स। पेस्ट वास्ते की है जी, हुण पेस्ट वास्ते की है, कई बच्चे सोचणगे भी पी है। ठीक है, पी नहीं हैगा पेस्ट वास्ते, पी है जिहड़ा वो काहदे लई यूज़ किया जाता है, कंट्रोल प्लस पी है वो काहदे लई यूज़ किया जाता है जी
ਪ੍ਰਿੰਟ ਦੇ ਲਈ ਕੀ ਆ ਯੂਜ਼ ਕੀਤਾ ਜਾਂਦਾ, ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਪੇਸਟ ਵਾਸਤੇ ਸਾਡੀ ਜਿਹੜੀ ਸ਼ਾਰਟਕਟ ਕੀ ਹੈ ਉਹ ਕੀ ਹੈ ਜੀ, Ctrl+V, ਠੀਕ ਹੈ ਜੀ, ਯਾਦ ਰੱਖਿਓ। ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਹੋਰ ਗੱਲ ਦੱਸ ਦਿੰਦਾ ਵੀ ਜਿਹੜਾ ਜਿਵੇਂ ਹੁਣ ਆਪਾਂ ਕੋਈ ਵੀ ਚੀਜ਼ ਕੀ ਹੈ ਜੀ ਕਾਪੀ ਕੀਤੀ, ਠੀਕ ਹੈ, ਤਾਂ ਉਦੋਂ ਬਾਅਦ ਉਹਨੂੰ ਆਪਾਂ ਕਿਤੇ ਵੀ ਪੇਸਟ ਕਰਨਾ, ਪਰ ਜਿੰਨਾ ਚਿਰ ਇਹ ਪੇਸਟ ਨਹੀਂ ਹੁੰਦੀ 1 ਜਾਂ 2 ਸਕਿੰਟ, ਆਪਾਂ ਕੀ ਉਹਨੂੰ ਕਿਸੇ ਹੋਰ ਫੋਲਡਰ 'ਚ ਸ਼ਿਫਟ ਕਰਨ ਦੇ ਲਈ ਥੋੜ੍ਹਾ ਜਿਹਾ ਸਮਾਂ ਲਾ ਦਿੰਦੇ ਹਾਂ, ਤਾਂ ਉਹਨਾਂ ਚਿਰ ਕਾਹਦੇ ਵਿੱਚ ਸਟੋਰ ਹੋ ਜਾਂਦੀ ਹੈ, ਤਾਂ ਉਹ ਹੋ ਜਾਂਦੀ ਹੈ ਜੀ ਕਲਿੱਪਬੋਰਡ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਬਹੁਤ ਇੰਪੋਰਟੈਂਟ ਜਿਹੜਾ ਇਹ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ ਜੀ, ਯਾਦ ਰੱਖਿਓ, ਇੰਪੋਰਟੈਂਟ ਹੈ। ਇੱਕ ਮੈਂ ਤੁਹਾਨੂੰ ਸ਼ਾਰਟਕਟ ਕੀ ਹੋਰ ਦੱਸ ਦਿੰਦਾ, Ctrl+K, ਇਹ ਹੁੰਦਾ ਜੀ ਹਾਈਪਰਲਿੰਕ ਵਾਸਤੇ। ਹਾਈਪਰਲਿੰਕ ਕੀ ਹੁੰਦਾ ਜੀ, ਜਦੋਂ ਤੁਸੀਂ ਵੀ ਕਿਸੇ ਵੀ ਸਾਈਟ ਨੂੰ ਤੁਸੀਂ ਕੀ ਹੈ ਨਾ, ਜਦੋਂ ਕੋਈ ਖੋਲ੍ਹ ਰਹੇ ਹੋ ਇੰਟਰਨੈਟ 'ਤੇ, ਗੂਗਲ 'ਤੇ ਸਰਚ ਕਰ ਰਹੇ ਹੋ, ਤਾਂ ਉੱਥੇ ਨਾ ਕਈ ਵਾਰ ਨਾ ਕੋਈ ਚੀਜ਼ ਮਤਲਬ ਗੂੜੇ ਜਿਹੇ ਅੱਖਰਾਂ ਦੇ ਵਿੱਚ ਹੁੰਦੀ ਹੈ, ਮਤਲਬ ਬਾਕੀ ਸਾਰੇ ਜਿਵੇਂ ਕਾਲੇ ਹੋਏ ਅਤੇ ਇਹ ਵਾਲੀ ਇਕੱਲੀ ਕੀ ਹੈ ਨੀਲੇ ਜਿਹੇ ਅੱਖਰਾਂ 'ਚ ਹੋਵੇ, ਤਾਂ ਉਹਦੇ 'ਤੇ ਜਦੋਂ ਅਸੀਂ ਮਾਊਸ ਲਿਆਉਂਦੇ ਹਾਂ ਤਾਂ ਉਹ ਅੱਗੇ ਨਾ ਆਪਾਂ ਜਦੋਂ ਉਹਦੇ ਕਲਿੱਕ ਕਰਦੇ ਹਾਂ, ਠੀਕ ਹੈ, ਤਾਂ ਉਹ ਅੱਗੇ ਕੋਈ ਚੀਜ਼ ਖੋਲ੍ਹ ਦਿੰਦੀ ਹੈ, ਤਾਂ ਉਹ ਹਾਈਪਰਲਿੰਕ ਕਹਾਉਂਦੀ ਹੈ। ਜਾਂ ਕੀਬੋਰਡ ਦੇ ਵਿੱਚ ਤੁਸੀਂ ਦੇਖੋ, ਜਦੋਂ ਤੁਸੀਂ ਆਪਦਾ ਕਰਜ਼ਰ ਹੈ ਜਿਹੜਾ, ਮੰਨ ਲਓ ਆਹ ਮੇਰਾ ਕਰਜ਼ਰ ਤੁਰਿਆ ਫਿਰਦਾ ਜੀ, ਮੈਂ ਇੱਥੇ ਲਿਆ ਕੇ ਖੜਾਤਾ, ਤਾਂ ਉਹ ਹੈਂਡ ਦਾ ਰੂਪ ਲੈ ਲੈਂਦਾ, ਠੀਕ ਹੈ, ਇੱਕ ਹੈਂਡ ਜਿਹਾ ਬਣ ਜਾਂਦਾ ਛੋਟਾ, ਤਾਂ ਉਹ ਹਾਈਪਰਲਿੰਕ ਕਹਾਉਂਦਾ। ਬਸ ਇੰਨਾ ਕੁ ਤੁਸੀਂ ਯਾਦ ਰੱਖ ਲਓ ਵੀ Ctrl+K ਕਿਹਦੀ ਵਾਸਤੇ ਜੀ, ਹਾਈਪਰਲਿੰਕ ਵਾਸਤੇ, ਠੀਕ ਹੈ। ਤਾਂ ਜੇ ਕਈ ਬੱਚਿਆਂ ਨੂੰ ਪਤਾ ਹੋਊਗਾ ਤਾਂ ਉਹਨਾਂ ਦੇ ਤਾਂ ਧਿਆਨ ਵਿੱਚ ਹੋਊਗਾ, ਤਾਂ ਜੇਕਰ ਨਹੀਂ ਪਤਾ ਤਾਂ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਿਓ। ਵੈਸੇ ਆਪਾਂ ਨੂੰ ਪੇਪਰ ਪੁਆਇੰਟ ਆਫ ਵਿਊ ਦੇ ਨਾਲ Ctrl+K ਹੀ ਪੇਪਰ 'ਚ ਪੁੱਛੂਗਾ, ਤਾਂ ਹਾਈਪਰਲਿੰਕ, ਠੀਕ ਹੈ ਜੀ। ਤਾਂ ਧਿਆਨ ਰੱਖਿਓ, ਇਟੈਲਿਕਸ ਮੈਂ ਦੱਸਤਾ ਤੁਹਾਨੂੰ ਜੀ, ਅੰਡਰਲਾਈਨ ਵੀ ਦੱਸਤਾ, ਠੀਕ ਹੈ। ਤਾਂ Ctrl+B ਕਾਹਦੇ ਵਾਸਤੇ ਹੈ ਜੀ, ਬੋਲਡ ਵਾਸਤੇ। Dash is the process to detect and remove the errors in software code। ਕੀ ਕਿਹਾ ਜਾਂਦਾ ਜੀ ਪ੍ਰੋਸੈਸ ਨੂੰ, ਜਿਹੜਾ ਡਿਟੈਕਟ ਕਰਦਾ ਅਤੇ ਰਿਮੂਵ ਕਰਦਾ ਐਰਰ ਨੂੰ, ਠੀਕ ਹੈ, ਤਾਂ ਇਹ ਹੈਗਾ ਜੀ C ਆਪਸ਼ਨ, ਡੀਬੱਗਿੰਗ, ਠੀਕ ਹੈ। ਹੁਣ ਦੇਖੋ ਐਰਰ, ਕੰਪਿਊਟਰ ਦੀ ਭਾਸ਼ਾ ਦੇ ਵਿੱਚ ਐਰਰ ਨੂੰ ਕੀ ਕਿਹਾ ਜਾਂਦਾ ਜੀ, ਐਰਰ ਨੂੰ ਕਿਹਾ ਜਾਂਦਾ ਜੀ ਬੱਗ। ਇਹ ਬੱਗ ਇਜ਼ ਕਾਲਡ ਐਰਰ, ਠੀਕ ਹੈ। ਜਦੋਂ ਅਸੀਂ ਐਰਰ ਨੂੰ ਕੀ ਕਰਦੇ ਹਾਂ, ਰਿਮੂਵ ਕਰਦੇ ਹਾਂ, ਠੀਕ ਹੈ, ਐਰਰ ਨੂੰ ਅਸੀਂ ਕੀ ਕਰੀਏ ਜੀ, ਰਿਮੂਵ ਕਰੀਏ, ਤਾਂ ਉਹ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਜੀ, ਡੀਬੱਗ, ਠੀਕ ਹੈ, ਡੀਬੱਗਿੰਗ ਕਿਹਾ ਜਾਂਦਾ ਜਾਂ ਡੀਬੱਗ ਕਿਹਾ ਜਾਂਦਾ। ਧਿਆਨ ਰੱਖਿਓ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਪ੍ਰੋਗਰਾਮਿੰਗ ਪਈ ਹੈ ਜੀ ਇੱਥੇ। ਪ੍ਰੋਗਰਾਮ ਦੇ ਵਿੱਚ ਆਪਾਂ ਦੇਖੀਏ ਜੇ ਜਿਹੜੀਆਂ ਆਪਣੀਆਂ ਲੈਂਗੁਏਜਿਸ ਨੇ, ਜਿਵੇਂ ਜਾਵਾ ਪੇਪਰ 'ਚ ਪੁੱਛ ਸਕਦੇ ਆ, ਇਹਦਾ ਫਾਊਂਡਰ ਕੌਣ ਹੈ ਜੀ, ਤਾਂ ਉਹ ਹੈਗਾ ਜੇਮਸ ਗੌਸਲਿੰਗ। ਜੇਮਸ ਗੌਸਲਿੰਗ ਕੀ ਹੈ ਜੀ, ਜਾਵਾ ਦਾ। ਸੀ ਦਾ ਪੁੱਛ ਲਏ ਤਾਂ ਹੈਗਾ ਜੀ ਡੈਨਿਸ ਰਿਚੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੀ, ਤਾਂ ਇਹ ਰਿਪੀਟ ਹੋਈ ਜਾਣ ਤਾਂ ਤੁਹਾਡੇ ਕੰਨਾਂ ਦੇ ਵਿੱਚ ਕੀ ਹੈ, ਰਿਵੀਜ਼ਨ ਹੁੰਦੀ ਰਹੂਗੀ, ਠੀਕ ਹੈ, ਤੁਹਾਨੂੰ ਕੀ ਆ ਜ਼ਿਆਦਾ ਤਕਲੀਫ ਨਹੀਂ ਆਊਗੀ। C++ ਦਾ ਪੁੱਛ ਲਏ ਜੀ, ਬਾਜ਼ਾਰ ਨੇ ਸਟਾਰਟਸਅਪ, ਠੀਕ ਹੈ, ਬਾਜ਼ਾਰ ਨੇ ਸਟਾਰਟਸਅਪ, ਤਾਂ ਇਹ ਗੱਲ ਤੁਸੀਂ ਕੀ ਹੈ ਜੀ ਧਿਆਨ ਦੇ ਵਿੱਚ ਰੱਖਣੀ ਹੈ। ਨੇਮ ਦਾ ਫਸਟ ਕੰਪਿਊਟਰ ਇਨ ਇੰਡੀਆ, ਪਹਿਲਾ ਕੰਪਿਊਟਰ ਸੀ ਜਿਹੜਾ ਭਾਰਤ ਦਾ, ਉਹਦਾ ਨਾਮ ਕੀ ਸੀ, ਤਾਂ ਬਹੁਤੇ ਬੱਚੇ ਕੀ ਕਰਨਗੇ, C.DEC ਲਾਏ ਹੋਣਗੇ, ਠੀਕ ਹੈ, ਪਰ ਨਹੀਂ, ਇਹ ਗਲਤ ਹੈ ਜੀ। ਸਿਧਾਰਥ ਸੀਗਾ ਜਿਹੜਾ, ਸਿਧਾਰਥ ਫਸਟ ਕੰਪਿਊਟਰ ਸੀਗਾ ਭਾਰਤ ਦਾ, ਠੀਕ ਹੈ ਜੀ। ਹੁਣ ਦੇਖੋ ਕੰਪਿਊਟਰ ਕੀ ਹੈ, ਆਪਾਂ ਨਾ ਕੰਪਿਊਟਰ ਦੀਆਂ ਟਾਈਪਸ ਆ ਜਿਹੜੀਆਂ ਉਹ ਪੜ੍ਹੀਆਂ ਹੋਣਗੀਆਂ ਕਈ ਬੱਚਿਆਂ ਨੇ, ਠੀਕ ਹੈ। ਤਾਂ ਕੰਪਿਊਟਰ ਨੇ ਜਿਹੜੇ ਕਈ ਤਰ੍ਹਾਂ ਦੇ ਹੁੰਦੇ ਆ, ਜਿਵੇਂ ਸੁਪਰ ਕੰਪਿਊਟਰ ਹੋ ਗਿਆ, ਠੀਕ ਹੈ ਜੀ, ਸੁਪਰ ਕੰਪਿਊਟਰ ਹੋ ਗਿਆ, ਤੁਹਾਡਾ ਮੇਨ ਫਰੇਮ ਕੰਪਿਊਟਰ ਹੋ ਗਿਆ, ਠੀਕ ਹੈ, ਤੁਹਾਡਾ ਮਿੰਨੀ ਕੰਪਿਊਟਰ ਹੋ ਗਿਆ, ਠੀਕ ਹੈ, PC ਹੋ ਗਿਆ, ਜਿਹਨੂੰ ਆਪਾਂ ਪਰਸਨਲ ਕੰਪਿਊਟਰ ਕਹਿ ਦਿੰਦੇ ਹਾਂ, ਠੀਕ ਹੈ। ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਠੀਕ ਹੈ। ਹੁਣ ਦੇਖੋ ਸੁਪਰ ਕੰਪਿਊਟਰ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਅਤੇ ਇੱਕ ਕੰਪਿਊਟਰ ਬਾਰੇ ਦੱਸਦਾ। ਪਹਿਲੀ ਗੱਲ, ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਫਸਟ ਸੁਪਰ ਕੰਪਿਊਟਰ ਆਫ ਇੰਡੀਆ, ਤਾਂ ਤੁਸੀਂ ਕੀ ਜਵਾਬ ਲਾ ਕੇ ਆਉਣਾ ਜੀ, ਪਰਮ 8000, ਠੀਕ ਹੈ ਜੀ। ਜੇ ਪੇਪਰ ਦੇ ਵਿੱਚ ਪੁੱਛੇ ਫਸਟ ਕੰਪਿਊਟਰ ਆਫ ਇੰਡੀਆ, ਉਹਦਾ ਕੀ ਨਾਮ ਸੀਗਾ ਜੀ, ਤਾਂ ਉਹ ਸੀਗਾ ਸਿਧਾਰਥ, ਜਿਹੜਾ ਕਿ ਆਪਣਾ ਕੁਐਸਚਨ ਹੈ। ਇੰਨੀ ਗੱਲ ਕਲੀਅਰ ਹੈ ਜੀ। ਇਹ ਗੱਲ ਮੈਂ ਕੀਤੀ ਹੈ ਜੀ ਤੁਹਾਡੀ ਇੰਡੀਆ ਲੈਵਲ 'ਤੇ, ਠੀਕ ਹੈ ਜੀ। ਪੇਪਰ ਦੇ ਵਿੱਚ ਪੁੱਛ ਰਹੇ ਤੁਹਾਨੂੰ ਫਸਟ ਸੁਪਰ ਕੰਪਿਊਟਰ ਆਫ ਵਰਲਡ, ਤਾਂ ਤੁਸੀਂ ਕੀ ਲਿਖਣਾ ਹੈ ਜੀ, CDC 6600, CDC 6600 ਕੀ ਹੈ ਜੀ,
ਤੁਹਾਡਾ ਵਰਲਡ ਦਾ ਪਹਿਲਾ ਸੁਪਰ ਕੰਪਿਊਟਰ ਹੈ। ਇੰਨੀ ਗੱਲ ਧਿਆਨ ਦੇ ਵਿੱਚ ਹੈਗੀ ਹੈ ਤੁਹਾਡੇ, ਠੀਕ ਹੈ। ਤੇ ਪੇਪਰ ਦੇ ਵਿੱਚ ਇੱਕ ਗੱਲ ਹੋਰ ਪੁੱਛ ਲੈਣ ਪਰਮ 8000 ਦੇ ਬਾਰੇ, ਕਿ ਪਰਮ 8000 ਕਿਹਨੇ ਡਿਜ਼ਾਈਨ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ CDAC, ਠੀਕ ਹੈ। ਕਿਹਨੇ ਬਣਾਇਆ ਸੀ? ਸੰਸਥਾ CDAC, ਠੀਕ ਹੈ ਜੀ। ਇਹ ਗੱਲ ਵੀ ਤੁਸੀਂ ਕੀ ਹੈ ਜੀ ਧਿਆਨ ਰੱਖਣਾ ਹੈ। ਪਹਿਲਾ ਸੁਪਰ ਕੰਪਿਊਟਰ ਆਫ ਇੰਡੀਆ ਪਰਮ 8000, ਪਹਿਲਾ ਕੰਪਿਊਟਰ ਸੀਗਾ ਜਿਹੜਾ ਇੰਡੀਆ ਦਾ, ਉਹਦਾ ਕੀ ਨਾਮ ਸੀ? ਸਿਧਾਰਥ, ਠੀਕ ਹੈ ਜੀ। ਫਸਟ ਸੁਪਰ ਕੰਪਿਊਟਰ ਆਫ ਵਰਲਡ ਪੁੱਛੇ CDC 6600। ਤੇ ਪੇਪਰ ਦੇ ਵਿੱਚ ਜੇ ਐਂ ਪੁੱਛ ਲਏ ਵੀ ਪਰਮ 8000 ਕਿਹੜੀ ਸੰਸਥਾ ਨੇ ਤਿਆਰ ਕੀਤਾ, ਤਾਂ CDEC ਨੇ ਡਿਜ਼ਾਈਨ ਕੀਤਾ ਜਾਂ ਤਿਆਰ ਕੀਤਾ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਆ ਜਾਓ ਤੁਸੀਂ ਮੇਨ ਫਰੇਮ ਕੰਪਿਊਟਰ ਦੇ। ਮੇਨ ਫਰੇਮ ਕੰਪਿਊਟਰ ਕਈ ਬੱਚਿਆਂ ਨੇ ਦੇਖਿਆ ਹੋਇਆ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹਨੂੰ ਮੇਨ ਫਰੇਮ ਕਹਿੰਦੇ ਨੇ। ਹੁਣ ਤੁਸੀਂ ATM ਦੇਖਿਆ ਹੋਊਗਾ, ਠੀਕ ਹੈ, ਜਿਹਦੀ ਫੁੱਲ ਫਾਰਮ ਵੀ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। ATM ਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ? ਆਟੋਮੈਟਿਕ ਟੈਲਰ ਮਸ਼ੀਨ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ATM ਦੇ ਵਿੱਚ ਜਿਹੜਾ ਕੰਪਿਊਟਰ ਲੱਗਿਆ ਹੁੰਦਾ ਜੀ, ਉਹ ਕਿਹਦੀ ਐਗਜ਼ਾਮਪਲ ਆ? ਉਹ ਮੇਨ ਫਰੇਮ ਕੰਪਿਊਟਰ ਦੀ ਕੀ ਹੈ ਜੀ? ਐਗਜ਼ਾਮਪਲ ਆ, ਠੀਕ ਹੈ। ਉਹ ਮੇਨ ਫਰੇਮ ਕੰਪਿਊਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ। ਹੁਣ ਤੁਸੀਂ ਰੇਲਵੇ ਦੇ ਵਿੱਚ ਕੀ ਹੈ ਜੀ, ਤੁਸੀਂ ਜਾਂਦੇ ਹੋ ਤਾਂ ਟਿਕਟ ਵਗੈਰਾ ਕਟਾਉਂਦੇ ਹੋ, ਤਾਂ ਉੱਥੇ ਵੀ ਜਿਹੜੇ ਔਨਲਾਈਨ ਤੁਸੀਂ ਨਾ ਜਦੋਂ ਪੈਸੇ ਭਰ ਕੇ ਆਪਦਾ ਕੀ ਆ ਟਿਕਟ ਵਗੈਰਾ ਲੈਂਦੇ ਹੋ, ਤਾਂ ਉਹ ਕਿਹੜੇ ਕੰਪਿਊਟਰ ਹੁੰਦੇ ਨੇ? ਉਹ ਵੀ ਮੇਨ ਫਰੇਮ ਕੰਪਿਊਟਰ ਹੁੰਦੇ ਨੇ, ਠੀਕ ਹੈ। ਉਹ ਕੰਪਿਊਟਰ ਮੇਨ ਫਰੇਮ ਕੰਪਿਊਟਰ ਕੀ ਹੁੰਦੇ ਨੇ ਵੀ ਮਤਲਬ ਇਹ ਕੰਪਿਊਟਰ ਨਾਲੋਂ ਕੀ ਹੈ ਜ਼ਿਆਦਾ ਵਧੀਆ ਕੰਮ ਕਰਦੇ ਨੇ, ਬਟ ਸੁਪਰ ਕੰਪਿਊਟਰ ਤੋਂ ਛੋਟੇ ਹੁੰਦੇ ਨੇ, ਠੀਕ ਹੈ ਨਾ ਗੱਲ। ਸੁਪਰ ਕੰਪਿਊਟਰ ਹੁੰਦਾ ਜਿਹੜਾ ਮਿਲੀਅਨਸ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਸਕਿੰਟਾਂ ਦੇ ਵਿੱਚ ਕਰ ਦਿੰਦਾ, ਜਿਹੜਾ ਕਿ ਕੰਪਿਊਟਰ ਹੈ ਉਹ ਸਮਾਂ ਜ਼ਿਆਦਾ ਲਾ ਦਿੰਦਾ, ਠੀਕ ਹੈ ਜੀ। ਤਾਂ ਮੇਨ ਫਰੇਮ ਕੰਪਿਊਟਰ ਦੀ ਐਗਜ਼ਾਮਪਲ ਪੇਪਰ 'ਚ ਪੁੱਛ ਲੈਣ ਤਾਂ ATM ਕੀ ਹੈ ਜੀ? ਬੈਸਟ ਐਗਜ਼ਾਮਪਲ ਆ, ਠੀਕ ਹੈ। ATM ਦਾ ਜਿਹੜਾ ਫਾਊਂਡਰ ਹੈ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਜੌਹਨ ਸ਼ੈਫਰਡ, ਠੀਕ ਹੈ। ਜੌਹਨ ਸ਼ੈਫਰਡ ਧਿਆਨ ਦੇ ਵਿੱਚ ਤੁਸੀਂ ਰੱਖਣਾ ਹੈ, ਠੀਕ ਹੈ ਜੀ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਸਿਮ। ਹੁਣ ਬਹੁਤੇ ਬੱਚਿਆਂ ਨੂੰ ਸਿਮ ਤੇ SMS ਦੀ ਫੁੱਲ ਫਾਰਮ ਨਹੀਂ ਪਤਾ ਹੋਣੀ। ਸਿਮ ਜਿਹੜਾ ਆਪਾਂ ਫੋਨ ਦੇ ਵਿੱਚ ਯੂਜ਼ ਕਰਦੇ ਹਾਂ, ਇਹਦੀ ਫੁੱਲ ਫਾਰਮ ਪੇਪਰ 'ਚ ਬਹੁਤ ਵਾਰ ਪੁੱਛੀ ਹੋਈ ਹੈ, ਠੀਕ ਹੈ। ਤਾਂ ਇਹਦੀ ਫੁੱਲ ਫਾਰਮ ਹੈਗੀ ਜੀ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ, ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ। ਤੇ SMS ਦੀ ਪੁੱਛੇ ਤਾਂ ਸ਼ਾਰਟ ਮੈਸੇਜਿੰਗ ਸਰਵਿਸ, ਠੀਕ ਹੈ ਜੀ। ਧਿਆਨ ਦੇ ਵਿੱਚ ਰੱਖਿਓ, ਵਧੀਆ ਟੌਪ ਲੈਵਲ ਦੀਆਂ ਕੀ ਹੈ ਜੀ ਗੱਲਾਂ ਨੇ, ਤੇ ਪੇਪਰ ਦੇ ਵਿੱਚ ਪੁੱਛਿਆ ਵੀ ਜਾਂਦਾ ਹੈ ਇਸ ਤਰ੍ਹਾਂ ਦੇ ਕੁਐਸਚਨ, ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਪਲੇਸਿਸ ਦਾ ਕਾਮਨ ਡਾਟਾ ਐਲੀਮੈਂਟਸ ਆਰਡਰ ਫਰੋਮ ਸਮਾਲੈਸਟ ਟੂ ਲਾਰਜੈਸਟ। ਸਮਾਲੈਸਟ ਤੋਂ ਗ੍ਰੇਟੈਸਟ ਤੱਕ ਜਾਂ ਲਾਰਜੈਸਟ ਤੱਕ ਆਪਾਂ ਦੱਸਣਾ ਵੀ ਕਿਹੜਾ ਸਭ ਨਾਲੋਂ ਛੋਟਾ ਹੁੰਦਾ, ਉਦੋਂ ਵੱਧ ਦੇ ਕ੍ਰਮ ਦੇ ਵਿੱਚ ਆਪਾਂ ਇਹਨੂੰ ਅਰੇਂਜ ਕਰਨਾ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ D। ਕਰੈਕਟਰ ਛੋਟਾ ਹੁੰਦਾ, ਫਿਰ ਫੀਲਡ, ਫਿਰ ਰਿਕਾਰਡ, ਫਿਰ ਫਾਈਲ, ਫਿਰ ਡਾਟਾਬੇਸ, ਠੀਕ ਹੈ ਜੀ। ਤਾਂ ਇਹ ਸਿੱਧਾ ਇੱਕ 1 ਲਾਈਨਰ ਕੁਐਸਚਨ ਹੈ ਜੀ। ਕਈ ਵਾਰ ਪੇਪਰ ਦੇ ਵਿੱਚ ਨਾ ਆਹਾ ਵੀ ਪਾਇਆ ਪਿਆ ਹੁੰਦਾ, ਠੀਕ ਹੈ। ਇਸ ਤੋਂ ਇਲਾਵਾ ਕਹਿਣਗੇ ਵੀ ਇਹਨਾਂ ਵਿੱਚੋਂ ਕਿਹੜਾ ਅਰੇਂਜਮੈਂਟ ਹੈ ਜਿਹੜਾ ਉਹ ਸਹੀ ਹੈ। ਸਾਰਿਆਂ ਨਾਲੋਂ ਪਹਿਲਾਂ ਬਿਟ ਹੁੰਦਾ ਜੀ, ਫਿਰ ਆ ਜਾਂਦਾ ਬਾਈਟ, ਠੀਕ ਹੈ, ਫਿਰ ਆ ਜਾਂਦਾ ਜੀ ਫੀਲਡ। ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ, ਬਿਟ, ਬਾਈਟ, ਫੀਲਡ, ਫਿਰ ਆ ਜਾਂਦਾ ਜੀ ਤੁਹਾਡੇ ਰਿਕਾਰਡ, ਫਿਰ ਆ ਜਾਂਦੀ ਹੈ ਫਾਈਲ, ਠੀਕ ਹੈ ਜੀ। ਬਿਟ, ਬਾਈਟ, ਫੀਲਡ, ਰਿਕਾਰਡ, ਫਾਈਲ, ਇਹ ਕੀ ਹੈ ਜੀ ਸਹੀ ਹੋਊਗਾ। ਉਹ ਤੁਸੀਂ ਦੇਖਣਾ ਕੁਐਸਚਨ ਜਦੋਂ ਵੀ ਮਤਲਬ ਤੁਹਾਨੂੰ ਮੈਂ ਲੈ ਕੇ ਆਊਂਗਾ ਅਗਲੇ ਜਿਹੜੇ ਮੌਕ ਟੈਸਟ ਨੇ। ਬਿਟ, ਬਾਈਟ, ਫੀਲਡ, ਰਿਕਾਰਡ, ਫਾਈਲ ਪੇਪਰ 'ਚ ਪੁੱਛ ਲੂਗਾ ਕਿਹੜਾ ਅਰੇਂਜਮੈਂਟ ਹੈ ਜਿਹੜਾ ਉਹ ਸਹੀ ਹੈ, ਤਾਂ ਵਾਲਾ ਸਹੀ ਹੋਊਗਾ। 8ਵੇਂ ਕੁਐਸਚਨ ਦੇ ਰਿਲੇਟਡ ਸਾਡਾ ਕਿਹੜਾ ਸਹੀ ਹੈ ਜੀ? D ਆਪਸ਼ਨ ਸਹੀ ਹੈ, ਠੀਕ ਹੈ। ਇਹਨੂੰ 1 ਲਾਈਨਰ ਐਂ ਹੀ ਤੁਹਾਨੂੰ ਕੀ ਹੈ ਜੀ ਯਾਦ ਰੱਖਣਾ ਪਊਗਾ। ਵਿੱਚ ਪ੍ਰੋਟੋਕੋਲ provides email facility among different hosts। ਜਿਹੜਾ ਕਿਹੜਾ ਪ੍ਰੋਟੋਕੋਲ ਹੈ ਜੀ ਜਿਹੜਾ ਈਮੇਲ ਦੀ ਫੈਸਿਲਿਟੀ ਸਾਨੂੰ ਕੀ ਹੈ ਜੀ ਪ੍ਰੋਵਾਈਡ ਕਰਦਾ। ਤਾਂ ਈਮੇਲ ਨੂੰ ਜਿਹੜਾ ਆਪਾਂ ਸੈਂਡ ਕਰਦੇ ਹਾਂ ਉਹਦੇ ਵਾਸਤੇ ਕੀ ਯੂਜ਼ ਕੀਤਾ ਜਾਂਦਾ ਜੀ? ਤਾਂ ਉਹ ਹੈਗਾ ਜੀ ਤੁਹਾਡਾ SMTP, C ਆਪਸ਼ਨ SMTP ਇਹਦਾ ਸਹੀ ਆਨਸਰ ਹੈ ਜੀ। ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਲੈਂਦੇ ਨੇ। SMTP ਦੀ ਫੁੱਲ ਫਾਰਮ ਕੀ ਹੈ ਜੀ? ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ। ਇੰਨੀ ਗੱਲ ਕਲੀਅਰ ਹੈ ਜੀ। ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਕੀ ਹੈ ਜੀ? ਇਹਦੀ ਫੁੱਲ ਫਾਰਮ ਹੈ। FT ਦੀ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਉਹ ਹੈਗੀ ਹੈ ਜੀ ਫਾਈਲ ਟ੍ਰਾਂਸਫਰ
प्रोटोकॉल। ठीक है जी। टैलनेट की पुछ लैन तो ये है जी टैली कम्युनिकेशन, बहुत इंपॉर्टेंट है जी टैलनेट। ठीक है, पेपर के इस दे नाल रिलेटेड एक क्वेश्चन होर भी आ जाता है, वो भी मैं तुहानूं दसदा। टैलनेट की फुल फॉर्म है टैली कम्युनिकेशन नैटवर्क। इन्नी गल क्लीयर है जी। ठीक है, रिमोट लॉगिन होंदा जिहड़ा, ठीक है, पेपर के इस तरह का क्वेश्चन तुहानूं मिलूगा। रिमोट लॉगिन के लिए किहड़ी चीज़ वरती जाती है, तो टैलनेट है जिहड़ा वो वरत्या जाता, रिमोट लॉगिन। ठीक है, ध्यान रखियो, सुपर इंपॉर्टेंट क्वेश्चन है। FTP की फाइल ट्रांसफर प्रोटोकॉल, टैलनेट की टैली कम्युनिकेशन नैटवर्क, SMTP की सिंपल मेल ट्रांसफर प्रोटोकॉल। हुण इत्थे गल आ गई जी ईमेल की। ईमेल की पेपर के पुछ लैणगे फुल फॉर्म की है जी इलैक्ट्रॉनिक मेल। ठीक है जी, इलैक्ट्रॉनिक मेल की है जी, ईमेल की फुल फॉर्म है। पेपर च पुछ लैण फादर ऑफ ईमेल, तो तुसी की जवाब देना है, रे टॉमिलसन। रे टॉमिलसन, RAY, ठीक है, टॉमिलसन। ठीक है, याद रखियो, सुपर इंपॉर्टेंट क्वेश्चन है। फर्स्ट होर तुसी की याद रख सकते हो, फ्री जी मेल है जी वो किहड़ी है जी, फ्री मेल जी फ्री दे विच सीगी वो सीगी जी हॉटमेल। ये भी तुसी याद रखना है। तो हॉटमेल किने डिज़ाइन किया सी, वो कीता सीगा जी सबीर भाटिया। ये भी तुसी गल है जी वो याद रखनी है। ठीक है जी। 10th क्वेश्चन, द मैथड ऑफ इंटरनेट एक्सैस दैट रिक्वायर्स अ फोन लाइन बट ऑफर्स फास्ट एक्सैस स्पीड्स दैन डायल अप इज़ द डैश कनैक्शन। तो ਇਹਦਾ ਜਿਹੜਾ सही आंसर है जी वो है DSL, डिजिटल सबसक्राइबर लाइन। ਜਿਹੜਾ अपना ना फोन के राही ਜਿਹੜਾ इंटरनेट कनैक्ट किया जाता है, वो वास्ते जी बैस्ट जी कनैक्शन है वो है जी डिजिटल सबसक्राइबर लाइन। तुसी ध्यान दे विच रखना है। फैक्स मशीन पेपर के पुछ लेना, फैक्स मशीन होंदी सी ना जी पहला, होंदियां सी ना अपनियां जिवें STD PCO फैक्स। ठीक है, तो पेपर च पुछ सकदा है फैक्स है जिहड़ा वो काहदे नाल मतलब कि अपना संदेश है जिहड़ा जां काहदे नाल कनैक्टेड हुंदा सी, तां हुंदा सीगा जी फोन लाइन दे नाल। ठीक है, ध्यान रखियो, वधिया क्वेश्चन है जी भी। इंटरनेट जो दिख रहा तुहानूं, तो इंटरनेट का फादर तुहाडे मिंट दे विच की है याद आउणा चाहीदा, विंट सर्फ। ठीक है जी, विंट सर्फ। गूगल का पुछ लैण, गूगल का फादर कौन है। फाउंडिंग रिलेटेड टर्म्स मैं बनाया हुआ वीडियो, ठीक है, शॉर्टकट कीज़ एक्सल दियाँ वो भी मैं वीडियोज़ की बनाई हुई ने, प्लेलिस्ट के जाके तुसीं देख सकते हो। ठीक है जी, तो गूगल का हैगा जी लैरी पेज एंड एक हैगा जी सर्जी ब्रेन। ठीक है जी, लैरी पेज ते सर्जी ब्रेन। ठीक है जी। याहू का पुछ लैण, ठीक है, याहू ते भी ID बनती होंदी सी, हुण तां मैनूं लगदा खत्म हो गया जी ये। याहू का पेपर पुछ लैण फाउंडर कौन है जी, जैरी जंग। एक बार ना ये नाम कई बच्चों को औखे लगते भी साढ़े याद नहीं होंगे, जे तुसीं दुबारे की है जी वीडियोज़ देखी जाओगे तो तुहाडी प्रैक्टिस इन्नी हो जूगी कि तुसीं भुल्लोगे नहीं कदे। एक बार लिख के थोड़ा जिहा करो कोशिश। ठीक है जी, जैरी जंग ते डेविड फिलो। ठीक है जी, जैरी जंग ते डेविड फिलो की जी, याहू का, गूगल का सर्जी ब्रेन ते लैरी पेज। ठीक है जी, चलते हैं नैक्सट क्वेश्चन वाल। विच डिवाइस कनैक्ट्स लैन टू इंटरनेट, लैन नूं इंटरनेट के नाल किहड़ी चीज़ कनैक्ट करती है, तो सी राउटर की है कनैक्ट करती है। लैन की पेपर के फुल फॉर्म पुछ लैन लोकल एरिया नैटवर्क। ठीक है, मैन की पुछ लैन पेपर के, तो वो है जी मैट्रो पॉलिटियन एरिया नैटवर्क। वैन की पुछ लैन तो वो है जी वाइड एरिया नैटवर्क। ठीक है जी, ध्यान रखियो, इंटरनेट का फादर कौन है जी, वही विंट सर्फ। ठीक है जी, ह्यूमन बीइंग्स आर रैफर्ड टू एज होमो सैंपियंस। देखो जी, ह्यूमन ਜਿਹੜੇ आदमी ने उन्होंने ਜਿਹੜਾ नाम है उन्होंने की कहा जाता है जी, होमो सैंपियंस कहा जाता है। विच डिवाइस इज़ काल्ड सिलिको सैंपियंस, तो सिलिको सैंपियंस किनू कहा जाता जी, तो यह कहा जाता जी कंप्यूटर नूं। ठीक है, तो डी ऑप्शन इसका सही आंसर है जी कंप्यूटर।
ਕੰਪਿਊਟਰ ਲਿਟਰੇਸੀ ਡੇ ਕਦੋਂ ਮਨਾਇਆ ਜਾਂਦਾ ਜੀ? 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਚਾਰਲਸ ਬੈਬੇਜ ਇਹਦੇ ਕੀ ਨੇ ਜੀ? ਫਾਦਰ ਨੇ। ਠੀਕ ਹੈ ਜੀ। ਫਸਟ ਕੰਪਿਊਟਰ ਦੀਆਂ 5 ਜਨਰੇਸ਼ਨਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਠੀਕ ਹੈ ਜੀ। ਅਤੇ ਹੁਣ ਜਿਹੜੀ ਚੱਲ ਰਹੀ ਹੈ ਉਹ 5th ਜਨਰੇਸ਼ਨ ਚੱਲ ਰਹੀ ਹੈ। ਪਹਿਲੀ ਜਨਰੇਸ਼ਨ ਦੇ ਵਿੱਚ ਕੀ ਯੂਜ਼ ਹੁੰਦਾ ਸੀਗਾ ਜੀ? ਵੈਕਿਊਮ ਟਿਊਬਸ ਯੂਜ਼ ਹੁੰਦੀਆਂ ਸੀ। ਠੀਕ ਹੈ ਜੀ। ਧਿਆਨ ਰੱਖਿਓ, ਹਾਰਡਵੇਅਰ ਅਤੇ ਸੌਫਟਵੇਅਰ 'ਚ ਕੀ ਹੁੰਦੇ? 2 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜੀ। ਇੱਕ ਹੁੰਦਾ ਸੌਫਟਵੇਅਰ, ਇੱਕ ਹੁੰਦਾ ਜੀ ਹਾਰਡਵੇਅਰ। ਠੀਕ ਹੈ। ਫਰਕ ਕੀ ਹੁੰਦਾ? ਸਿੰਪਲ ਦੇਖੋ, ਸੌਫਟਵੇਅਰ ਨੂੰ ਕੀ ਹੈ ਜੀ ਅਸੀਂ ਟੱਚ ਨਹੀਂ ਕਰ ਸਕਦੇ। ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਦਈਏ ਕੋਈ ਵੀ ਐਂਟੀਵਾਇਰਸ ਆ, ਠੀਕ ਹੈ, ਜਾਂ ਕੋਈ ਵੀ ਆਪਾਂ ਕਹਿ ਦਈਏ ਜਿਵੇਂ ਜਿਹਤੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਅੰਦਰ ਆ, ਠੀਕ ਹੈ, ਲੈਪਟਾਪ ਦੇ ਜਾਂ ਕੰਪਿਊਟਰ ਦੇ, ਉਹ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ ਜੀ? ਉਹ ਸੌਫਟਵੇਅਰ ਦੇ ਵਿੱਚ ਆਉਂਦਾ। ਮਤਲਬ ਆਪਾਂ ਟੱਚ ਨਹੀਂ ਕਰ ਸਕਦੇ, ਸਿੱਧੀ ਦੇਸੀ ਭਾਸ਼ਾ 'ਚ ਕਹੀਏ। ਹਾਰਡਵੇਅਰ ਕੀ ਹੈ ਜੀ? ਇਹਦੋਂ ਉਲਟ ਆਪਾਂ ਕੀ ਹੈ ਜੀ? ਟੱਚ ਕਰ ਸਕਦੇ ਹਾਂ। ਜਿਵੇਂ ਹੁਣ ਆਪਣੇ ਮਾਊਸ ਵਗੈਰਾ ਨੇ, CPU ਵਗੈਰਾ ਨੇ, ਸਾਰੇ ਕਿਹਦੀ ਕੈਟੇਗਰੀ ਦੇ ਵਿੱਚ ਆਉਂਦੇ ਆ ਜੀ? ਮਾਊਸ ਦੀ ਕੈਟੇਗਰੀ ਦੇ ਵਿੱਚ ਆ ਜਾਂਦੀ ਹੈ। CPU ਦੀ ਇੱਥੇ ਗੱਲ ਹੋਈ ਹੈ ਜੀ। CPU ਪੇਪਰ ਦੇ ਵਿੱਚ ਪੁੱਛ ਲੈਣ ਕੀ ਫੁੱਲ ਫਾਰਮ ਹੈ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਸਾਰਿਆਂ ਨੂੰ ਪਤਾ ਹੁੰਦਾ, ਬਟ ਕਈ ਵਾਰ ਪੁੱਛ ਲੈਂਦੇ ਨੇ ਬ੍ਰੇਨ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਜੀ? ਤਾਂ ਉਹ ਕਿਹਾ ਜਾਂਦਾ ਜੀ CPU ਨੂੰ। ਠੀਕ ਹੈ। ਧਿਆਨ ਰੱਖਿਓ, ਇੰਪੋਰਟੈਂਟ ਗੱਲ ਹੈ ਜੀ। ਵਿਚ ਇਜ਼ ਦਾ ਫਸਟ ਆਟੋਮੈਟਿਕ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ? ਪਹਿਲਾ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਕਿਹੜਾ ਸੀ? ਤਾਂ ਉਹ ਸੀਗਾ ਜੀ ENIAC। ਬਹੁਤ ਪੁੱਛਦਾ ਜੀ ਪੇਪਰ ਦੇ ਵਿੱਚ। ਪਹਿਲੀ ਜਨਰੇਸ਼ਨ ਦਾ ਕੰਪਿਊਟਰ ਹੈ ਜੀ ਇਹ। ਦੇਖੋ, ਕੰਪਿਊਟਰ ਦੀਆਂ 5 ਜਨਰੇਸ਼ਨਾਂ ਹੋਈਆਂ ਨੇ। ਠੀਕ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ। ਫਸਟ ਜਨਰੇਸ਼ਨ ਦੇ ਵਿੱਚ ਕਿਹੜੇ ਕਿਹੜੇ ਕੰਪਿਊਟਰ ਸੀਗੇ ਜੀ? ENIAC ਸੀਗਾ, ਠੀਕ ਹੈ, ਯੂਨੀਵੈਕ ਸੀਗਾ, ਠੀਕ ਹੈ ਜੀ, EDSAC ਸੀਗਾ। ਇਹ ਸਾਰੀਆਂ ਵੀਡੀਓਜ਼ ਕੀ ਨੇ? ਪਲੇਲਿਸਟ ਦੇ ਵਿੱਚ ਪਾਈਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। EDSAC ਸੀਗਾ, EDVAC ਸੀਗਾ। ਠੀਕ ਹੈ। ਇਹ ਸਾਰੇ ਕਿਹਦੀ ਐਗਜ਼ਾਮਪਲ ਨੇ? ਪੇਪਰ 'ਚ ਪੁੱਛ ਸਕਦੇ ਨੇ, ਫਸਟ ਜਨਰੇਸ਼ਨ ਕੰਪਿਊਟਰ ਦੀ। ਠੀਕ ਹੈ ਜੀ। ਹੁਣ ਇੱਥੇ ENIAC ਹੈ ਜੀ। ENIAC ਦੀ ਪੇਪਰ 'ਚ ਫੁੱਲ ਫਾਰਮ ਵੀ ਪੁੱਛ ਸਕਦਾ ਹੈ। ENIAC ਦੀ ਹੈਗੀ ਜੀ ਇਲੈਕਟ੍ਰੋਨਿਕ, N ਦਾ ਮਤਲਬ ਹੈਗਾ ਜੀ ਨੂਮੈਰਿਕ, ਠੀਕ ਹੈ, ਇੰਟੀਗ੍ਰੇਟਡ ਆਟੋਮੈਟਿਕ ਕੰਪਿਊਟਰ। ਠੀਕ ਹੈ ਜੀ। ਯਾਦ ਰੱਖਿਓ, ਪਹਿਲੀ ਜਨਰੇਸ਼ਨ ਦੇ ਵਿੱਚ ENIAC ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਸੀ। ਪਹਿਲੀ ਜਨਰੇਸ਼ਨ ਦੇ ਵਿੱਚ ਯੂਜ਼ ਹੋਰ ਕੀ ਹੁੰਦਾ ਸੀ? ਵੈਕਿਊਮ ਟਿਊਬਸ ਯੂਜ਼ ਹੁੰਦੀਆਂ ਸੀ। 1000 ਆਫ ਵੈਕਿਊਮ ਟਿਊਬਸ ਪਹਿਲੀ ਜਨਰੇਸ਼ਨ ਦੇ ਵਿੱਚ ਯੂਜ਼ ਹੁੰਦੀਆਂ ਸੀ। ਠੀਕ ਹੈ ਜੀ। ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। 14th ਕੁਐਸਚਨ, ਵਟ ਵਾਜ਼ ਦਾ ਨੇਮ ਆਫ ਫਸਟ ਕਮਰਸ਼ੀਅਲੀ ਅਵੇਲੇਬਲ ਮਾਈਕਰੋ ਪ੍ਰੋਸੈਸਰ ਚਿਪ? ਤਾਂ ਪਹਿਲੀ ਜਿਹੜੀ ਕਮਰਸ਼ੀਅਲੀ ਅਵੇਲੇਬਲ ਮਾਈਕਰੋ ਪ੍ਰੋਸੈਸਰ ਚਿਪ ਸੀਗੀ ਉਹ ਕਿਹੜੀ ਸੀ? ਤਾਂ ਉਹ ਸੀਗੀ ਇੰਟੈਲ 4004। 1 ਲਾਈਨਰ ਕੁਐਸਚਨ ਹੈ ਜੀ। ਐਜ਼ ਇਟ ਇਜ਼ 2 ਵਾਰ ਪੜ੍ਹੋਗੇ ਤਾਂ ਯਾਦ ਹੋ ਜਾਊਗਾ। ਇੰਟੈਲ 4004 ਸੀਗਾ ਜਿਹੜਾ ਫਸਟ ਮਾਈਕਰੋ ਪ੍ਰੋਸੈਸਰ ਚਿਪ ਸੀਗੀ ਜਿਹੜੀ ਕਮਰਸ਼ੀਅਲੀ ਕੀ ਹੈ ਮਾਰਕੀਟ ਦੇ ਵਿੱਚ ਕੀ ਹੈ ਵਪਾਰਕ ਤੌਰ 'ਤੇ ਕਹਿ ਦਈਏ। ਜਿਵੇਂ ਆਪਾਂ ਕਮਰਸ਼ੀਅਲੀ ਮਤਲਬ ਹੁੰਦਾ ਵਪਾਰਕ ਤੌਰ 'ਤੇ। ਠੀਕ ਹੈ। ਤਾਂ ਉਹ ਸੀਗੀ ਇੰਟੈਲ 4004। ਠੀਕ ਹੈ ਜੀ। ਤਾਂ ਹੁਣ ਮੈਨੂੰ ਥੋੜ੍ਹਾ ਜਿਹਾ ਕੀ ਹੈ ਚਿਪ ਤੋਂ ਯਾਦ ਆਇਆ ਜੀ। ਠੀਕ ਹੈ। ਚਿਪ ਕੀ ਹੈ? ਪਹਿਲੀ ਗੱਲ ਤਾਂ ਕੀ ਹੈ ਜੀ, ਹੁਣ ਮੈਂ ਤੁਹਾਨੂੰ ਜਨਰੇਸ਼ਨ ਬਾਰੇ ਥੋੜ੍ਹਾ ਜਿਹਾ ਹੋਰ ਦੱਸ ਹੀ ਦਿੰਦਾ। ਇੱਕ ਫਸਟ ਜਨਰੇਸ਼ਨ ਹੈ ਜੀ, ਸੈਕਿੰਡ ਜਨਰੇਸ਼ਨ ਹੈ ਕੰਪਿਊਟਰ ਦੀ, ਥਰਡ ਜਨਰੇਸ਼ਨ ਹੈ ਤੁਹਾਡੀ, ਫੋਰਥ ਜਨਰੇਸ਼ਨ ਹੈ, ਫਿਫਥ ਜਨਰੇਸ਼ਨ ਹੈ। ਇੰਨੀ ਗੱਲ ਕਲੀਅਰ ਹੈ। ਆਪਾਂ ਡੀਪਲੀ ਨਹੀਂ ਜਾਂਦੇ, ਈਅਰ 'ਤੇ ਨਹੀਂ ਜਾਂਦੇ ਹੈਗੇ। ਵੈਸੇ ਮੈਂ ਤੁਹਾਨੂੰ ਦੱਸ ਸਕਦਾ, ਪਰ ਸਮਾਂ ਥੋੜ੍ਹਾ ਜਿਹਾ ਘੱਟ ਹੋਣ ਦੇ ਕਾਰਨ ਵੀਡੀਓ ਲੰਬੀ ਹੋ ਜਾਂਦੀ ਹੈ। ਫਸਟ ਕੰਪਿਊਟਰ ਦੇ ਵਿੱਚ ਕੀ ਯੂਜ਼ ਹੁੰਦਾ ਸੀਗਾ? ਵੈਕਿਊਮ ਟਿਊਬ। ਸੈਕਿੰਡ ਜਨਰੇਸ਼ਨ ਦੇ ਵਿੱਚ ਟਰਾਂਜ਼ਿਸਟਰਸ। ਇੰਨੀ ਗੱਲ ਸਾਰਿਆਂ ਨੂੰ ਪਤਾ ਹੈ। ਥਰਡ ਜਨਰੇਸ਼ਨ ਦੇ ਵਿੱਚ ਕਿਹੜੀ ਚੀਜ਼ ਯੂਜ਼ ਹੁੰਦੀ ਹੈ ਜੀ? IC ਚਿਪਸ। ਠੀਕ ਹੈ ਜੀ। ਫੋਰਥ ਦੇ ਵਿੱਚ ਕੀ ਹੈ ਜੀ? ਮਾਈਕਰੋ ਪ੍ਰੋਸੈਸਰ। ਫਿਫਥ ਦੇ ਵਿੱਚ ਕੀ ਯੂਜ਼ ਹੋਣ ਲੱਗ ਗਿਆ ਜੀ? ਆਰਟੀਫਿਸ਼ੀਅਲ ਇੰਟੈਲੀਜੈਂਸ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਮੈਨੂੰ ਇੱਥੇ ਕੀ ਹੈ ਜੀ ਚਿਪ 'ਤੇ ਆ ਕੇ ਕੀ ਹੈ ਜੀ, ਮੈਂ ਤੁਹਾਨੂੰ ਚਿਪ ਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਦਾ। IC ਦੀ ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਲੈਣ ਤਾਂ ਕੀ ਹੁੰਦਾ ਜੀ? ਇੰਟੀਗ੍ਰੇਟਡ ਸਰਕਟਸ। ਇੰਨੀ ਗੱਲ ਕਲੀਅਰ ਹੈ ਜੀ। ਇੰਟੀਗ੍ਰੇਟਡ ਸਰਕਟਸ ਚਿਪ ਹੈ ਜਿਹੜੀਆਂ ਉਹ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਹੋਣ ਲੱਗੀਆਂ ਜੀ? ਥਰਡ ਦੇ ਵਿੱਚ ਯੂਜ਼ ਹੋਣ ਲੱਗਿਆ। ਇੰਨੀ ਗੱਲ ਕਲੀਅਰ ਹੈ ਜੀ। ਇੱਕ ਸੁਪਰ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਕਿ ਮੈਂ ਹਰ ਇੱਕ ਵੀਡੀਓ ਦੇ ਵਿੱਚ ਮਤਲਬ ਤਕਰੀਬਨ ਰਿਪੀਟ ਕਰਦਾ ਹੀ ਰਹਿਣਾ। IC ਚਿਪਸ ਆਰ ਕੋਟਡ ਵਿਦ, ਜਿਹੜੀਆਂ IC ਚਿੱਪਾਂ ਹੁੰਦੀਆਂ ਨੇ ਉਹ ਕਾਹਦੇ ਨਾਲ ਕੋਟਡ ਹੁੰਦੀਆਂ ਨੇ? ਤਾਂ IC ਚਿਪਸ ਆਰ ਕੋਟਡ ਵਿਦ ਸਿਲੀਕੌਨ। ਠੀਕ ਹੈ। ਸਿਲੀਕੌਨ ਦੇ ਨਾਲ ਕੋਟ ਕੀਤੀਆਂ ਹੁੰਦੀਆਂ ਨੇ IC ਚਿਪਸ। ਠੀਕ ਹੈ ਜੀ। ਮੈਗਨੈਟਿਕ ਡਿਸਕ, ਮੈਨੂੰ ਇੱਥੋਂ ਇੱਕ ਗੱਲ ਹੋਰ ਯਾਦ ਆ ਗਈ। ਮੈਗਨੈਟਿਕ ਡਿਸਕ ਪੁੱਛ ਲਏ ਜੀ, MD, ਇਹ ਵੀ ਮੈਂ ਪੜ੍ਹਾਇਆ ਹੋਇਆ ਜੀ। ਤਾਂ ਉਹ ਕਾਹਦੇ ਨਾਲ ਕੋਟ ਹੁੰਦੀ ਹੈ ਜੀ? ਉਹ ਹੁੰਦੀ ਹੈ ਆਇਰਨ ਆਕਸਾਈਡ ਨਾਲ। ਠੀਕ ਹੈ। ਕਈ ਬੱਚੇ ਕੀ ਕਰਦੇ ਨੇ,
ਹੁਣ ਪੇਪਰ ਜਿਹੜਾ ਐਗਜ਼ਾਮੀਨਰ ਆ ਉਹ ਕਿਵੇਂ ਸੈੱਟ ਕਰਦਾ ਹੈ, ਉਹਨੂੰ ਪਤਾ ਹੁੰਦਾ ਵੀ ਜਿਹੜੇ ਬੱਚੇ ਨੇ ਪੜ੍ਹਿਆ ਹੋਇਆ ਉਹਨੇ ਸਿਲੀਕੌਨ ਵੀ ਪੜ੍ਹਿਆ ਹੋਊਗਾ, ਆਇਰਨ ਆਕਸਾਈਡ ਵੀ ਪੜ੍ਹਿਆ ਹੋਊਗਾ, ਤਾਂ ਉਹ ਕਨਫਿਊਜ਼ ਹੋ ਜਾਂਦਾ ਉੱਥੇ ਜਾ ਕੇ। ਉਹਨੇ ਪਾ ਦੇਣਾ ਹੈ ਵੀ ਮੈਗਨੈਟਿਕ ਡਿਸਕ ਕੀ ਹੈ, ਕਿਹਦੇ ਨਾਲ ਕੁੱਟਡ ਹੁੰਦੀ ਹੈ, ਤਾਂ ਆਪਸ਼ਨ ਦੇ ਵਿੱਚ ਉਹ ਸਿਲੀਕੌਨ ਵੀ ਦਿਖੂਗਾ। ਤਾਂ ਆਪਾਂ ਕੀ ਹੈ ਜੀ, ਕਈ ਵਾਰ ਦਿਮਾਗ ਉਥਲ ਪੁਥਲ ਹੋ ਜਾਂਦੇ, ਪੇਪਰ ਪ੍ਰੈਸ਼ਰ ਇਹੋ ਜਿਹਾ ਹੁੰਦਾ ਜੀ, ਤਾਂ ਆਪਾਂ ਕਈ ਵਾਰ ਨਾ ਸਿਲੀਕੌਨ ਲਾਇਆ ਹੋਇਆ, ਠੀਕ ਹੈ। ਤਾਂ ਧਿਆਨ ਰੱਖਿਓ, ਮੈਗਨੈਟਿਕ ਡਿਸਕ ਜਿਹੜਾ ਕੋਟ ਕੀਤਾ ਹੁੰਦਾ ਉਹ ਕਾਹਦੇ ਨਾਲ ਕੋਟ ਕੀਤਾ ਹੁੰਦਾ ਜੀ, ਆਇਰਨ ਆਕਸਾਈਡ ਦੇ ਨਾਲ। ਆਈਸੀ ਚਿੱਪ ਹੈ ਜਿਹੜਾ ਉਹ ਕਾਹਦੇ ਨਾਲ ਕੋਟਡ ਹੁੰਦਾ ਜੀ, ਸਿਲੀਕੌਨ ਦੇ ਨਾਲ ਕੋਟ ਕੀਤਾ ਹੁੰਦਾ ਜੀ, ਠੀਕ ਹੈ। ਹੁਣ ਇੱਕ ਮੈਨੂੰ ਸਿਲੀਕੌਨ ਸਿਟੀ ਪੇਪਰ ਦੇ ਵਿੱਚ ਪੁੱਛ ਲੈਣ, ਇੰਡੀਆ ਦੇ ਵਿੱਚ ਸਿਲੀਕੌਨ ਸਿਟੀ ਕਿਹਨੂੰ ਕਿਹਾ ਜਾਂਦਾ ਹੈ, ਤਾਂ ਕਿਹਨੂੰ ਕਿਹਾ ਜਾਂਦਾ ਜੀ, ਬੈਂਗਲੌਰ ਨੂੰ, ਠੀਕ ਹੈ। ਵਰਲਡ ਲੈਵਲ ਤੇ ਕਿਹਨੂੰ ਕਿਹਾ ਜਾਂਦਾ ਜੀ, ਕੈਲੀਫੋਰਨੀਆ, ਠੀਕ ਹੈ। ਧਿਆਨ ਰੱਖਿਓ, ਸੁਪਰ ਇੰਪੋਰਟੈਂਟ ਗੱਲਾਂ ਨੇ। A computer program that converts an entire program into machine language is called, ਜਿਹੜਾ ਕੰਪਿਊਟਰ ਦਾ ਪ੍ਰੋਗਰਾਮ ਹੈ ਜਿਹੜਾ ਸਾਰੇ ਪ੍ਰੋਗਰਾਮ ਨੂੰ ਇੱਕੋ ਵਾਰੀ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦੇ, ਉਹਨੂੰ ਕੀ ਕਹਿੰਦੇ ਨੇ, ਤਾਂ ਉਹਨੂੰ ਕਹਿੰਦੇ ਨੇ ਜੀ ਕੰਪਾਈਲਰ। ਸੀ ਆਪਸ਼ਨ ਸਹੀ ਆਨਸਰ ਹੈ ਜੀ, ਠੀਕ ਹੈ, ਕੰਪਾਈਲਰ। ਕੰਪਾਈਲਰ ਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸਦਾ, ਸਿੰਪਲੀ ਦੱਸਣਾ ਹੈ, ਠੀਕ ਹੈ, ਬਾਹਲਾ ਆਪਾਂ ਡੀਪਲੀ ਨਹੀਂ ਜਾਂਦੇ। ਇੱਕ ਹੁੰਦਾ ਇੰਟਰਪ੍ਰੇਟਰ, ਠੀਕ ਹੈ, ਦੋਨੇ ਤੁਸੀਂ ਇਕੱਠੇ ਯਾਦ ਰੱਖਣੇ ਨੇ। ਕੰਪਾਈਲਰ ਕੀ ਹੁੰਦਾ ਜੀ, ਕੰਪਾਈਲਰ ਹੁੰਦਾ ਹੈ ਜਿਹੜਾ ਸਾਰੇ ਪ੍ਰੋਗਰਾਮ ਨੂੰ ਕੀ ਹੈ ਇੱਕੋ ਵਾਰ, ਠੀਕ ਹੈ, ਕਾਹਦੇ 'ਚ ਕਨਵਰਟ ਕਰਦੇ, ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦੇ, ਉਹ ਕਹਾਉਂਦਾ ਜੀ ਕੰਪਾਈਲਰ, ਠੀਕ ਹੈ। ਕੌਣ ਕਰਦਾ ਜੀ, ਕੰਪਾਈਲਰ ਕਰਦਾ, ਠੀਕ ਹੈ ਜੀ। ਇੰਟਰਪ੍ਰੇਟਰ ਹੁੰਦਾ ਜਿਹੜਾ ਸਾਰੇ ਪ੍ਰੋਗਰਾਮ ਨੂੰ ਕੀ ਹੈ ਜੀ, ਸਾਰੇ ਪ੍ਰੋਗਰਾਮ ਨੂੰ ਨਹੀਂ ਕਰਦਾ, ਉਹ ਲਾਈਨ ਬਾਏ ਲਾਈਨ, ਠੀਕ ਹੈ। ਇੰਟਰਪ੍ਰੇਟਰ ਵਾਸਤੇ ਕੀ ਯੂਜ਼ ਕਰੂਗਾ ਉਹ, ਜੇ ਉਹਨੇ ਕੁਐਸਚਨ ਬਣਾਉਣਾ ਹੋਇਆ, ਲਾਈਨ ਬਾਏ ਲਾਈਨ ਹੈ ਜਿਹੜਾ ਉਹ ਪ੍ਰੋਗਰਾਮ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਹੈ। ਇੱਕ ਵਾਰ ਮੈਂ ਰਿਪੀਟ ਫੇਰ ਕਰਦਾ ਹੈ, ਕੰਪਾਈਲਰ ਹੈ ਜਿਹੜਾ ਸਾਰੇ ਪ੍ਰੋਗਰਾਮ ਨੂੰ ਇੱਕੋ ਵਾਰ ਦੇ ਵਿੱਚ ਰਨ ਕਰ ਦਿੰਦਾ, ਕਨਵਰਟ ਕਰ ਦਿੰਦਾ ਮਸ਼ੀਨ ਲੈਂਗੁਏਜ ਦੇ ਵਿੱਚ। ਬਟ ਇੰਟਰਪ੍ਰੇਟਰ ਹੈ ਜਿਹੜਾ ਉਹ ਲਾਈਨ ਬਾਏ ਲਾਈਨ ਪ੍ਰੋਗਰਾਮ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਹੈ, ਠੀਕ ਹੈ ਜੀ। ਧਿਆਨ ਤੁਸੀਂ ਰੱਖਣਾ ਹੈ, ਠੀਕ ਹੈ ਜੀ। ਤੁਹਾਡੀ ਜਿਹੜੀ ਮਸ਼ੀਨ ਲੈਂਗੁਏਜ ਹੈ ਇਹ ਕਿਹੜੀ ਕੈਟੇਗਰੀ ਦੇ ਵਿੱਚ ਆਉਂਦੀ ਹੈ ਜੀ, ਇਹ ਲੋ ਲੈਵਲ ਲੈਂਗੁਏਜ ਦੇ ਵਿੱਚ ਆਉਂਦੀ ਹੈ, ਠੀਕ ਹੈ ਜੀ। ਮਸ਼ੀਨ ਲੈਂਗੁਏਜ ਪੇਪਰ ਦੇ ਵਿੱਚ ਪੁੱਛ ਲੈਣਾ ਕਿਹੜੀ ਲੈਂਗੁਏਜ ਦੇ ਵਿੱਚ ਆਉਂਦੀ ਹੈ, ਲੋ ਲੈਵਲ ਲੈਂਗੁਏਜ ਦੇ ਵਿੱਚ ਆਉਂਦੀ ਹੈ। ਅਸੈਂਬਲੀ ਲੈਂਗੁਏਜ ਇਹ ਵੀ ਕਿਹੜੀ ਕੈਟੇਗਰੀ ਦੇ ਵਿੱਚ ਆਉਂਦੀ ਹੈ, ਲੋ ਲੈਵਲ ਲੈਂਗੁਏਜ ਦੇ ਵਿੱਚ ਆਉਂਦੀ ਹੈ। ਦੋ ਤਰ੍ਹਾਂ ਦੀਆਂ ਲੈਂਗੁਏਜ ਹੁੰਦੀਆਂ ਨੇ ਜੀ, ਇੱਕ ਲੋ ਲੈਵਲ, ਇੱਕ ਹਾਈ ਲੈਵਲ। ਹਾਈ ਲੈਵਲ ਕਿਹੜੀਆਂ ਨੇ, ਸੀ ਪਲੱਸ ਪਲੱਸ, ਕਬੋਲ, ਫੋਰਟਰੈਨ, ਠੀਕ ਹੈ ਜੀ। ਫੋਰਟਰੈਨ ਦੀ ਪੇਪਰ 'ਚ ਫੁੱਲ ਫਾਰਮ ਪੁੱਛ ਲੈਣ, ਫਾਰਮੂਲਾ ਟਰਾਂਸਲੇਸ਼ਨ। ਕਬੋਲ ਦੀ ਪੁੱਛ ਲੈਣ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ, ਠੀਕ ਹੈ ਜੀ। ਤਾਂ ਤੁਸੀਂ ਆਪੇ ਲਿਖ ਲਿਓ ਉਹਨੂੰ, ਵੀਡੀਓ ਨੂੰ ਬੈਕ ਕਰਕੇ ਲਿਖ ਲਿਓ ਜਿਹਨੇ ਫੁੱਲ ਫਾਰਮ ਲਿਖਣੀ ਹੈ। ਅਤੇ ਫੋਰਟਰੈਨ ਦਾ ਪੇਪਰ ਦੇ ਵਿੱਚ ਉਹ ਪੁੱਛ ਲੈਣ, ਫਾਦਰ ਪੁੱਛ ਲੈਣ, ਫਾਊਂਡਰ ਪੁੱਛ ਲੈਣ, ਤਾਂ ਉਹ ਹੈਗਾ ਜੀ ਜੋਹਨ ਬਰੱਕਸ, ਠੀਕ ਹੈ। ਇਹ ਨਾਮ ਯਾਦ ਕਰਨੇ ਕੋਈ ਔਖੀ ਗੱਲ ਨਹੀਂ ਹੈਗੀ, ਇੱਕ ਵਾਰ ਤੁਸੀਂ ਲਿਖ ਕੇ ਪ੍ਰੈਕਟਿਸ ਕਰੋ, ਠੀਕ ਹੈ ਜੀ। ਮੈਂ ਦੁਬਾਰੇ ਇਹ ਗੱਲ ਕੀ ਹੈ ਜੀ ਕਹਿੰਦਾ ਹੁਣ ਹਰ ਇੱਕ ਵੀਡੀਓ ਦੇ ਵਿੱਚ, ਜਿੰਨਾ ਚਿਰ ਤੁਸੀਂ ਥੋੜ੍ਹਾ ਜਿਹਾ ਐਫਰਟ ਨਹੀਂ ਕਰੋਗੇ ਤਾਂ ਤੁਸੀਂ ਕੀ ਹੈ ਮਤਲਬ ਯਾਦ ਨਹੀਂ ਰੱਖ ਸਕੋਗੇ। ਜੇ ਤੁਸੀਂ ਐਫਰਟ ਕਰੋਗੇ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਕੰਪਿਊਟਰ ਦੇ ਵਿੱਚ, ਠੀਕ ਹੈ ਜੀ। ਫੋਰਟਰੈਨ ਫਾਰਮੂਲਾ ਟਰਾਂਸਲੇਸ਼ਨ ਇਹਦਾ ਜਿਹੜਾ ਫਾਊਂਡਰ ਹੈ ਉਹ ਹੈਗਾ ਜੀ ਜੌਨ ਬਰੱਕਸ। ਹੁਣ ਜੇ ਕਬੋਲ ਦਾ ਪੁੱਛ ਲਏ ਤਾਂ ਉਹ ਹੈਗਾ ਜੀ ਗ੍ਰੇਸ ਹੋਪਰ, ਠੀਕ ਹੈ ਜੀ। ਕਲੀਅਰ ਹੈ ਜੀ। ਤਾਂ ਤੁਸੀਂ ਆਪ ਦੀਆਂ ਟ੍ਰਿਕਸ ਬਣਾ ਕੇ ਵੀ ਕੀ ਇਹਨਾਂ ਨੂੰ ਯਾਦ ਰੱਖ ਸਕਦੇ ਹੋ। ਟੂ ਪ੍ਰੋਡਿਊਸ ਹਾਈ ਕੁਆਲਿਟੀ ਗ੍ਰਾਫਿਕਸ ਇਨ ਕਲਰ ਡੈਸ਼ ਇਜ਼ ਯੂਜ਼, ਕਿਹੜੀ ਚੀਜ਼ ਹੈ ਜਿਹੜੀ ਉਹ ਹਾਈ ਕੁਆਲਿਟੀ ਗ੍ਰਾਫਿਕ ਪ੍ਰੋਡਿਊਸ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ, ਤਾਂ ਬੀ ਆਪਸ਼ਨ ਪਲੋਟਰ ਹੈ ਜਿਹੜਾ ਯੂਜ਼ ਕੀਤਾ ਜਾਂਦਾ। ਇਹਦੀ ਕੁਆਲਿਟੀ ਹੈ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈ, ਠੀਕ ਹੈ ਜੀ। ਪ੍ਰਿੰਟਰ ਦੇ ਆਪਾਂ ਬਾਰੇ ਥੋੜ੍ਹਾ ਜਿਹਾ ਗੱਲ ਕਰਦੇ ਹਾਂ, ਜਿਵੇਂ ਆ ਇੰਕਜੈਕਟ ਪ੍ਰਿੰਟਰ, ਲੇਜ਼ਰ ਪ੍ਰਿੰਟਰ। ਤਾਂ ਦੇਖੋ ਜੀ ਪ੍ਰਿੰਟਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਜੀ ਤੁਹਾਡਾ ਇੰਪੈਕਟ ਪ੍ਰਿੰਟਰ, ਇੱਕ ਹੁੰਦਾ ਜੀ ਤੁਹਾਡਾ ਨੋਨ ਇੰਪੈਕਟ ਪ੍ਰਿੰਟਰ, ਠੀਕ ਹੈ ਜੀ। ਦੋ ਤਰ੍ਹਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇ, ਇੰਪੈਕਟ ਪ੍ਰਿੰਟਰ ਅਤੇ ਨੋਨ ਇੰਪੈਕਟ ਪ੍ਰਿੰਟਰ। ਇੰਪੈਕਟ ਪ੍ਰਿੰਟਰ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੇਸੀ ਭਾਸ਼ਾ ਦੇ ਵਿੱਚ ਦੱਸਾਂ। ਇਹ ਸਿੱਧਾ ਕੀ ਹੈ ਜੀ, ਇਹਦੇ ਵਿੱਚ ਜਿਵੇਂ ਤੁਸੀਂ ਨਾ ਕੋਈ ਇੱਕ ਟਾਈਪਿੰਗ ਮਸ਼ੀਨ ਹੁੰਦੀ ਸੀ ਪਹਿਲਾਂ, ਆਪਾਂ ਨੂੰ ਪਤਾ ਨਹੀਂ ਕੀ ਕਹਿੰਦੇ ਸੀਗੇ, ਮੇਰੇ ਦਿਮਾਗ 'ਚੋਂ ਨਿਕਲ ਗਿਆ ਜੀ। ਜਿਵੇਂ ਆਪਾਂ ਨਾ ਉਹ ਯੂਜ਼ ਕਰਦੇ ਸੀਗੇ ਥੋੜ੍ਹਾ ਜਿਹਾ ਪਿਛਲੇ 5-7 ਸਾਲ ਪਹਿਲਾਂ ਯੂਜ਼ ਕਰਦੇ ਸੀ, ਕੋਰਟ ਦੇ ਵਿੱਚ ਤੁਸੀਂ ਦੇਖੀ ਹੋਊਗੀ ਕਈ ਬੰਦਿਆਂ ਕੋਲੇ ਬਾਹਰ ਹੀ ਕੰਪਿਊਟਰ ਤੋਂ ਲਹਿਦਾ ਹੁੰਦੀ ਆ ਉਹ, ਠੀਕ ਹੈ ਜੀ। ਤਾਂ ਉਹ ਯੂਜ਼ ਕਰਦੇ ਸੀ, ਉਹ ਨਾ ਤਾਰਾਂ ਦੇ ਉੱਤੇ ਕੀ ਹੈ ਸਪੈਲਿੰਗ ਲਿਖੇ ਹੁੰਦੇ ਨੇ, ਤਾਂ ਉਹ ਸਿੱਧਾ ਪ੍ਰੈਸ ਕਰਦੇ ਆ, ਇੰਪੈਕਟ ਕਰਦੀ ਹੈ, ਦਾ ਪਾ ਕੇ ਕੀ ਹੈ ਅੱਖਰਾਂ ਨੂੰ ਕੀ ਹੈ ਲਿਖਦੀ ਹੈ। ਤਾਂ ਉਹ ਇੰਪੈਕਟ ਪ੍ਰਿੰਟਰ ਦੀ ਬੈਸਟ ਐਗਜ਼ਾਮਪਲ ਆ, ਠੀਕ ਹੈ। ਤਾਂ ਇੰਪੈਕਟ ਪ੍ਰਿੰਟਰ ਦੇ ਵਿੱਚ ਪੇਪਰ 'ਚ ਪੁੱਛ ਲੈਂਦੇ ਨੇ ਕਿਹੜੇ ਕਿਹੜੇ ਪ੍ਰਿੰਟਰ ਨੇ ਜਿਹੜੇ ਉਹ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ।
ਤਾਂ ਡੇਜ਼ੀ ਵੀਲ ਇਹ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। ਡਾਟ ਮੈਟ੍ਰਿਕਸ ਕਿਹਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ? ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। ਡਰਮ ਪ੍ਰਿੰਟਰ ਇਹ ਵੀ ਕਿਹਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ? ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। ਹੁਣ ਦੇਖੋ ਜੀ ਇਹ ਤਿੰਨੇ ਕੀ ਹੈ, ਡੀ ਦੇ ਨਾਲ ਕੀ ਹੈ ਸਟਾਰਟ ਹੋ ਰਹੇ ਨੇ, ਤਾਂ ਤੁਸੀਂ ਯਾਦ ਰੱਖ ਸਕਦੇ ਹੋ ਜਿਹੜੇ ਵੀ ਡੀ ਨਾਲ ਸਟਾਰਟ ਹੋਣਗੇ ਉਹ ਇੰਪੈਕਟ ਪ੍ਰਿੰਟਰ ਦੇ ਵਿੱਚ ਆਉਣਗੇ। ਨੌਨ ਇੰਪੈਕਟ ਪ੍ਰਿੰਟਰ ਕਿਹੜੇ ਹੁੰਦੇ ਨੇ ਜੀ? ਜਿਵੇਂ ਲੇਜ਼ਰ ਪ੍ਰਿੰਟਰ, ਤੁਹਾਡਾ ਥਰਮਲ ਪ੍ਰਿੰਟਰ, ਠੀਕ ਹੈ ਜੀ। ਤੇ ਇਹ ਸਾਰੇ ਕੀ ਨੇ ਜੀ? ਨੌਨ ਇੰਪੈਕਟ ਪ੍ਰਿੰਟਰ ਦੀ ਐਗਜ਼ਾਮਪਲ ਨੇ। ਪ੍ਰਿੰਟਰ ਬੇਸਿਕਲੀ ਆਊਟਪੁੱਟ ਡਿਵਾਈਸ ਹੈ ਕਿ ਇਨਪੁੱਟ ਡਿਵਾਈਸ ਹੈ? ਤਾਂ ਆਊਟਪੁੱਟ ਡਿਵਾਈਸ ਹੈ। ਇਹ ਵੀ ਤੁਸੀਂ ਕੀ ਹੈ ਜੀ ਯਾਦ ਰੱਖਣਾ ਹੈ, ਠੀਕ ਹੈ ਜੀ, ਆਊਟਪੁੱਟ ਡਿਵਾਈਸ। ਦ ਸਕ੍ਰੈਂਬਲਿੰਗ ਆਫ ਕੋਡ ਇਜ਼ ਨੋਨ ਐਜ਼, ਤਾਂ ਇਹਦਾ ਜਿਹੜਾ ਪਹਿਲਾਂ ਸਹੀ ਆਨਸਰ ਦੇ ਦਈਏ ਆਪਾਂ ਕੀ ਹੈ ਜੀ? ਏ ਆਪਸ਼ਨ, ਇਨਕ੍ਰਿਪਸ਼ਨ ਇਹਦਾ ਸਹੀ ਆਨਸਰ ਹੈ। ਹੁਣ ਬਹੁਤੇ ਬੱਚੇ ਸੋਚਣਗੇ ਵੀ ਇਹ ਕੀ ਚੀਜ਼ ਹੈ, ਤੈਨੂੰ ਮੈਂ ਜਮਾਂ ਸਿੰਪਲ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂ। ਮੈਂ ਕੀ ਕੀਤਾ ਜੀ, ਮੇਰੇ ਫੋਨ ਦੇ ਉੱਤੇ ਕੀ ਹੈ ਜੀ, ਸਿੰਪਲ ਜਿਹਾ ਲੈਪਟਾਪ ਦੇ ਉੱਤੇ, ਠੀਕ ਹੈ, ਕੀ ਹੈ, ਮੈਂ ਕੋਈ ਵੀ ਸਾਈਟ ਖੋਲ੍ਹਦਾ, ਮੈਂ ਆਪਦਾ ਕੋਈ ਵੀ ਕੀ ਆ ਕੋਈ ਵੀ ਸਾਈਟ ਬਣਾਈ ਹੋਈ ਹੈ, ਠੀਕ ਹੈ ਜੀ। ਤਾਂ ਮੈਂ ਕੀ ਕਰੂੰਗਾ, ਉਹਨੂੰ ਕੀ ਆ ਕੋਡ ਕਰਕੇ ਮਤਲਬ ਨਹੀਂ ਰੱਖ ਸਕਦਾ, ਮੈਨੂੰ ਤਜਰਬਾ ਨਹੀਂ ਹੈਗਾ। ਕਿਉਂ? ਕਈ ਵਾਰ ਕੀ ਹੈ ਜੀ, ਮੈਂ ਉਹ ਸਾਈਟ ਨੂੰ ਖੋਲ੍ਹਦਾ ਤਾਂ ਉਹਦੇ ਕੁਕੀਜ਼ ਬਣ ਜਾਂਦੇ ਨੇ। ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਕੁਕੀਜ਼, ਮੈਂ ਪਹਿਲਾਂ ਸਮਝਾਇਆ ਹੈ ਜੀ ਕੁਕੀਜ਼ ਕੀ ਹੁੰਦੇ ਨੇ, ਵੀ ਮਤਲਬ ਜਦੋਂ ਵੀ ਆਪਾਂ ਕੋਈ ਚੀਜ਼ ਖੋਲ੍ਹਦੇ ਹਾਂ ਤਾਂ ਉਹ ਕੀ ਆ ਦੁਬਾਰੇ ਆਪਾਂ ਨੂੰ ਸ਼ੋਅ ਕਰਨ ਲੱਗ ਜਾਂਦੇ ਆ, ਤਾਂ ਉਹਨੂੰ ਪਤਾ ਲੱਗ ਜਾਂਦਾ ਸਰਵਰ ਨੂੰ ਮੈਂ ਇਹਨੂੰ ਕਿਹੜੀ ਚੀਜ਼ ਪ੍ਰੋਵਾਈਡ ਕਰਨੀ ਹੈ, ਵੀ ਇਹ ਬੰਦਾ ਕਿਹੜੀ ਚੀਜ਼ ਸਰਚ ਕਰਦਾ ਜ਼ਿਆਦਾ, ਠੀਕ ਹੈ। ਤਾਂ ਕੁਕੀਜ਼ ਬਣ ਜਾਂਦੇ ਨੇ, ਤੁਹਾਡਾ ਜਿਹੜਾ ਹੈਕਰ ਹੈ ਫਿਰ ਉਹ ਕੀ ਹੈ ਜੀ, ਤੁਹਾਡੀ ਸਾਈਟ ਨੂੰ ਕੀ ਕਰ ਸਕਦਾ? ਹੈਕ ਕਰ ਸਕਦਾ, ਕਿਸੇ ਵੀ ਲੋਡ ਕਰ ਸਕਦਾ, ਠੀਕ ਹੈ। ਬਟ ਹੁਣ ਮੈਂ ਜੇ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਹੁਣ ਜਿਵੇਂ ਕੋਈ ਬੈਂਕਸ ਨੇ, ਠੀਕ ਹੈ, ਬੈਂਕਾਂ ਦੇ ਵਿੱਚ ਕੀ ਹੁੰਦਾ ਜੀ, ਬਹੁਤ ਸਾਰਾ ਡਾਟਾ ਹੁੰਦਾ, ਠੀਕ ਹੈ, ਬਹੁਤ ਸਾਰਾ ਡਾਟਾ ਹੁੰਦਾ ਅਤੇ ਬਹੁਤ ਲੋਕਾਂ ਦੀ ਪ੍ਰੋਫਾਈਲ ਉਹਦੇ ਨਾਲ ਜੁੜੀ ਹੋਈ ਹੁੰਦੀ ਹੈ, ਠੀਕ ਹੈ। ਤਾਂ ਬੈਂਕ ਆਪਦਾ ਜਿਹੜਾ ਡਾਟਾ ਹੈ ਉਹਨੂੰ ਕਿਵੇਂ ਮਤਲਬ ਕੋਡ ਕਰਕੇ ਰੱਖਦਾ, ਠੀਕ ਹੈ। ਤਾਂ ਉਹ ਕੀ ਹੈ ਜੀ, ਆਪਦੇ ਕੀ ਹੈ ਮਤਲਬ ਮਸ਼ੀਨ ਲੈਂਗੁਏਜ ਦੇ ਵਿੱਚ ਕੀ ਹੈ, ਜਿਵੇਂ ਆਪਾਂ ਕਹਿ ਦਈਏ ਉਹਨੂੰ ਕੋਡ ਕਰ ਲੈਂਦਾ। ਤਾਂ ਮਸ਼ੀਨ ਲੈਂਗੁਏਜ ਤੁਹਾਨੂੰ ਪਤਾ ਜੀ ਕੀ ਹੈ, ਸਮਝਣੀ ਔਖੀ ਹੈ। ਤਾਂ ਉਹ ਹੈਕਰ ਹੈ ਜਿਹੜਾ ਉਹਨੂੰ ਹੈਕ ਨਹੀਂ ਕਰ ਸਕਦਾ, ਠੀਕ ਹੈ ਨਾ ਗੱਲ। ਜੇ ਮਤਲਬ ਇਹ ਨਾ ਹੋਵੇ ਤਾਂ ਉਹ ਜਿਹੜੇ ਡਾਟੇ ਵਾਸਤੇ ਕੀ ਹੈ ਜੀ ਇੱਕ ਖਤਰਾ ਬਣ ਜਾਂਦੀ ਹੈ, ਠੀਕ ਹੈ। ਤਾਂ ਕਰਕੇ ਕੀ ਹੈ ਜੀ, ਸਕ੍ਰੈਂਬਲਿੰਗ ਹੈ ਜਿਹੜੀ ਆਫ ਕੋਡ ਇਜ਼ ਨੋਨ ਐਜ਼, ਇਹ ਇਨਕ੍ਰਿਪਸ਼ਨ ਹੁੰਦੀ ਹੈ। ਤਾਂ ਇਹ ਜ਼ਰੂਰੀ ਹੈ ਜੀ ਆਪਣੇ ਜਿਹੜੇ ਕੀ ਆ ਡਾਟੇ ਨੂੰ ਸੇਵ ਕਰਨ ਵਾਸਤੇ, ਮਤਲਬ ਸੇਫ ਰੱਖਣ ਵਾਸਤੇ, ਠੀਕ ਹੈ ਜੀ। ਫਾਇਰਵਾਲ ਤੁਹਾਨੂੰ ਦਿਸ ਰਹੀ ਹੈ ਜੀ, ਫਾਇਰਵਾਲ ਕੀ ਹੁੰਦੀ ਹੈ ਜੀ, ਕੰਪਿਊਟਰ ਦੇ ਵਿੱਚ ਕੀ ਹੈ ਨਾ, ਕੋਈ ਵੀ ਅਟੈਕਸ ਨੇ ਜਾਂ ਵਾਇਰਸ ਵਗੈਰਾ ਜਾਂ ਕੋਈ ਵੀ ਹੈਕਰ ਹੈ ਜਿਹੜਾ ਅਟੈਕ ਕਰਦਾ, ਉਹ ਤੋਂ ਸਾਨੂੰ ਕੀ ਹੈ ਜੀ ਪ੍ਰੋਟੈਕਟ ਕਰਦੀ ਹੈ ਫਾਇਰਵਾਲ, ਠੀਕ ਹੈ ਜੀ, ਧਿਆਨ ਰੱਖਿਓ। 18th question, a type of virus malicious code that looks for security loopholes in system and uses that to replicate itself is known as, ਤਾਂ ਇਹਦਾ ਪਹਿਲਾਂ ਮੈਂ ਤੁਹਾਨੂੰ ਸਹੀ ਆਨਸਰ ਦੱਸਦਾ ਜੀ ਕੀ ਆ, ਉਹ ਹੈਗਾ ਜੀ ਵਾਰਮ, ਠੀਕ ਹੈ। ਵਾਰਮ ਹੈ ਜਿਹੜਾ ਇਹਦਾ ਸਹੀ ਆਨਸਰ ਹੈ ਏ ਆਪਸ਼ਨ, ਠੀਕ ਹੈ ਜੀ। ਹੁਣ ਦੇਖੋ ਤੁਹਾਨੂੰ ਮੈਂ ਨਾ ਥੋੜ੍ਹਾ ਜਿਹਾ ਸਮਝਾਉਣਾ, ਇੱਕ ਹੁੰਦਾ ਵਾਇਰਸ, ਠੀਕ ਹੈ, ਇੱਕ ਹੁੰਦਾ ਜੀ ਵਾਰਮ, ਇੱਕ ਹੁੰਦਾ ਜੀ ਤੁਹਾਡਾ ਟਰੋਜਨ ਹਾਰਸ, ਠੀਕ ਹੈ। ਹੈਗੇ ਤਿੰਨੇ ਮਤਲਬ ਇੱਕ ਤਰ੍ਹਾਂ ਦੇ ਵਾਇਰਸ ਹੀ ਨੇ, ਠੀਕ ਹੈ ਨਾ, ਵਾਇਰਸ, ਵਾਰਮ ਅਤੇ ਟਰੋਜਨ ਹਾਰਸ, ਠੀਕ ਹੈ। ਹੈਗੇ ਸਿੰਪਲੀ ਕੀ ਨੇ, ਆਪਾਂ ਜੇ ਸਮਝੀਏ ਤਾਂ ਹੈਗੇ ਵਾਇਰਸ ਹੀ ਨੇ, ਠੀਕ ਹੈ। ਪਰ ਆਪਾਂ ਨੂੰ ਕੀ ਆ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਕੀ ਆਪਾਂ ਨੂੰ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਵੀ ਇਹਨਾਂ 'ਚ ਫਰਕ ਕੀ ਆ। ਦੇਖੋ ਵਾਇਰਸ ਕੀ ਆ, ਤੁਸੀਂ ਕੋਈ ਵੀ ਕੀ ਆ ਚੀਜ਼ ਆ ਜਿਹੜੀ ਆਪਾਂ ਕਹਿ ਦਈਏ ਵੀ ਪੈਨ ਡਰਾਈਵ ਦੇ ਵਿੱਚੋਂ ਕਿਸੇ ਕੰਪਿਊਟਰ ਤੋਂ ਮੰਗਵਾਈ, ਠੀਕ ਹੈ, ਤਾਂ ਉਹ ਆਪਣੇ ਕੀ ਆ ਪੈਨ ਡਰਾਈਵ ਆਪਣੇ ਕੰਪਿਊਟਰ ਦੇ ਵਿੱਚ ਲਾਈ, ਤਾਂ ਜਿੰਨਾ ਚਿਰ ਅਸੀਂ ਉਹ ਪੈਨ ਡਰਾਈਵ ਦਾ ਜਿਹੜਾ ਡਾਟਾ ਹੈ, ਠੀਕ ਹੈ, ਉਹ ਆਪਾਂ ਪੇਸਟ ਕਰ ਲਿਆ ਅਤੇ ਰਨ ਨਹੀਂ ਕੀਤਾ, ਮਤਲਬ ਆਪਾਂ ਕੋਈ ਸੋਫਟਵੇਅਰ ਲਿਆਂਦਾ ਪੈਨ ਡਰਾਈਵ ਦੇ ਵਿੱਚ ਪਾ ਕੇ, ਜਾਂ ਕੋਈ ਸੋਫਟਵੇਅਰ ਆਪਾਂ ਡਾਊਨਲੋਡ ਕੀਤਾ ਇੰਟਰਨੈਟ ਤੋਂ, ਜੇ ਉਹਦੇ ਵਿੱਚ ਵਾਇਰਸ ਆ, ਠੀਕ ਹੈ, ਤਾਂ ਆਪਾਂ ਜਿੰਨਾ ਚਿਰ ਉਹਨੂੰ ਇੰਸਟਾਲ ਨਹੀਂ ਕਰਦੇ ਆਪਣੇ ਕੰਪਿਊਟਰ ਦੇ ਵਿੱਚ ਜਾਂ ਆਪਣੇ PC ਦੇ ਵਿੱਚ, ਉਨਾ ਚਿਰ ਉਹਨੇ ਕੀ ਹੈ ਜੀ ਰਨ ਨਹੀਂ ਕਰਨਾ, ਉਹਦਾ ਵਾਇਰਸ ਆ ਜਿਹੜਾ ਆਪਣੇ ਕੰਪਿਊਟਰ ਦੇ ਵਿੱਚ ਨਹੀਂ ਆਊਗਾ। ਜਦੋਂ ਹੀ ਅਸੀਂ ਰਨ ਕਰਤਾ, ਇੰਸਟਾਲ ਕਰ ਲਿਆ, ਤਾਂ ਉਹ ਵਾਇਰਸ ਆ ਜਿਹੜਾ ਸਾਡੇ ਕੰਪਿਊਟਰ ਦੇ ਵਿੱਚ ਆ ਜਾਊਗਾ, ਠੀਕ ਹੈ, ਉਹ ਫਾਈਲ ਦੇ ਰਾਹੀਂ। ਇਹ ਕੰਮ ਹੁੰਦਾ ਜੀ ਵਾਇਰਸ ਦਾ, ਠੀਕ ਹੈ ਨਾ ਗੱਲ। ਦੂਜੀ ਗੱਲ ਆ ਗਈ ਵਾਰਮ ਦੀ, ਵਾਰਮ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਕੀੜਾ, ਠੀਕ ਹੈ। ਕੀੜਾ ਕੀ ਹੈ, ਥਾਂ 'ਤੇ ਮਤਲਬ ਕੀ ਹੈ ਆਪਣਾ ਜਿਹੜਾ ਪੈਡ ਆ ਉਹ ਛੱਡਦੀ ਜਾਂਦਾ, ਠੀਕ ਹੈ। ਕਿਵੇਂ? ਉਵੇਂ ਹੀ ਵਾਰਮ ਹੁੰਦਾ ਜੀ, ਕੰਪਿਊਟਰ ਦਾ ਵਾਰਮ ਹੁੰਦਾ। ਇਹਦੀ ਇੱਕ ਖਾਸ ਪ੍ਰੋਪਰਟੀ ਕੀ ਹੈ, ਇਹ ਵਾਇਰਸ ਨਾਲੋਂ ਕਿਉਂ ਵੱਖਾ ਵਾਰਮ, ਇਹ ਕੀ ਹੈ ਜੀ ਆਪਣੀਆਂ ਫਾਈਲਾਂ ਨੂੰ ਕੀ ਕਰਦਾ, ਰੈਪਲੀਕੇਟ ਕਰੀ ਜਾਂਦਾ,
ਠੀਕ ਹੈ। ਜਿਵੇਂ ਇੱਕ ਫਾਈਲ ਬਣ ਗਈ, ਇੱਕ ਤੋਂ ਦੂਜੀ ਬਣ ਗਈ, ਦੂਜੀ ਤੋਂ ਤੀਜੀ ਬਣ ਗਈ, ਤੀਜੀ ਤੋਂ ਕਿਸੇ ਹੋਰ ਫੋਲਡਰ ਦੇ ਵਿੱਚ ਜਾ ਵੜੀ, ਠੀਕ ਹੈ, ਦੂਜੇ ਫੋਲਡਰ ਤੋਂ ਕਿਸੇ ਹੋਰ ਕੰਪਿਊਟਰ ਦੇ ਵਿੱਚ ਮੂਵ ਕਰ ਗਈ, ਠੀਕ ਹੈ, ਇੰਟਰਨੈਟ ਦੇ ਮਾਧਿਅਮ ਰਾਹੀਂ ਕਰ ਗਈ ਚਾਹੇ, ਠੀਕ ਹੈ ਜੀ। ਤਾਂ ਦੇਖੋ ਕੁਐਸਚਨ ਦੇ ਵਿੱਚ ਵੀ ਕੀ ਕਰ ਰਿਹਾ ਜੀ, ਰੈਪਲੀਕੇਟ ਕਰ ਰਿਹਾ। ਤਾਂ ਮਤਲਬ ਇਹ ਵਾਰਮ ਕੀ ਹੁੰਦਾ ਹੈ, ਆਪਣੇ ਆਪ ਨੂੰ ਰਿਪੀਟ ਕਰੀ ਜਾਂਦਾ, ਰੈਪਲੀਕੇਟ ਕਰੀ ਜਾਂਦਾ। ਤਾਂ ਤੁਹਾਡੀਆਂ ਫਾਈਲਾਂ 1 ਤੋਂ 10 ਬਣ ਜਾਣਗੀਆਂ, 10 ਤੋਂ 1000 ਬਣ ਜਾਣਗੀਆਂ। ਉਹਦਾ ਨੁਕਸਾਨ ਕੀ ਹੋਊਗਾ ਤੁਹਾਡੇ ਕੰਪਿਊਟਰ ਨੂੰ, ਸਰਵਰ ਹੈ ਜਿਹੜਾ ਉਹ ਸਲੋਅ ਹੋ ਜਾਊਗਾ, ਇੰਟਰਨੈਟ ਹੈ ਤੁਹਾਡਾ ਸਲੋਅ ਹੋ ਜਾਊਗਾ, ਕੰਪਿਊਟਰ ਹੈਂਗ ਕਰਨ ਲੱਗ ਜਾਊਗਾ, ਠੀਕ ਹੈ, ਕੋਈ ਵੀ ਸਾਈਟ ਹੈ ਤੁਹਾਡੀ ਉਹ ਖੁੱਲੂਗੀ ਨਹੀਂ। ਤਾਂ ਇਹ ਕੀ ਹੁੰਦਾ ਜੀ, ਵਾਰਮ ਦਾ ਕੀ ਹੈ ਕੰਮ ਹੁੰਦਾ ਹੈ। ਸਿੰਪਲ ਭਾਸ਼ਾ 'ਚ ਦੱਸਾਂ, ਵਾਰਮ ਕੀ ਆਪਣੇ ਆਪ ਨੂੰ ਰੈਪਲੀਕੇਟ ਕਰਦਾ ਹੈ, ਠੀਕ ਹੈ ਜੀ। ਟਰੋਜਨ ਹਾਰਸ ਕੀ ਹੁੰਦਾ ਜੀ, ਟਰੋਜਨ ਹਾਰਸ ਹੈਗਾ ਤਾਂ ਇੱਕ ਤਰ੍ਹਾਂ ਦਾ ਸੌਫਟਵੇਅਰ ਹੀ ਹੈ ਜੀ, ਬਟ ਇਹ ਹੌਲੀ ਹੌਲੀ ਤੁਹਾਡੇ ਕੰਪਿਊਟਰ ਨੂੰ ਕੀ ਹੈ ਜੀ, ਕੀ ਹੈ, ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ, ਠੀਕ ਹੈ। ਇੱਕ ਤਰ੍ਹਾਂ ਦਾ ਸੌਫਟਵੇਅਰ ਕੀ ਹੈ, ਜਿਵੇਂ ਦੇਖੋ ਤੁਸੀਂ ਕੋਈ ਵੀ ਸੌਫਟਵੇਅਰ ਇੰਟਰਨੈਟ ਤੋਂ ਡਾਊਨਲੋਡ ਕੀਤਾ, ਠੀਕ ਹੈ, ਤਾਂ ਉਹ ਸੌਫਟਵੇਅਰ ਡਾਊਨਲੋਡ ਨਾ ਹੋ ਕੇ ਕੋਈ ਹੋਰ ਉਸ ਨਾਲ ਦਾ ਸੌਫਟਵੇਅਰ ਡਾਊਨਲੋਡ ਹੋ ਜੇ, ਜਿਹਦੇ ਵਿੱਚ ਕੀ ਹੈ ਜੀ, ਟਰੋਜਨ ਹਾਰਸ ਹੈ ਜਿਹੜਾ ਉਹ ਛੁਪਿਆ ਹੋਇਆ ਹੋਵੇ, ਜਾਂ ਉਹ 'ਚ ਵਾਇਰਸ ਹੈ ਜਿਹੜਾ ਉਹ ਛੁਪਿਆ ਹੋਇਆ ਹੋਵੇ, ਤਾਂ ਉਹ ਟਰੋਜਨ ਹਾਰਸ ਕਹਾਉਂਦਾ, ਠੀਕ ਹੈ। ਮਤਲਬ ਇਹਨੂੰ ਕੀ ਹੈ ਜੀ, ਫਾਇਰਵਾਲ ਵੀ ਕੀ ਹੈ ਜੀ, ਪ੍ਰੋਟੈਕਟ ਮਤਲਬ ਬਹੁਤ ਘੱਟ ਚਾਂਸਸ ਹੁੰਦੇ ਨੇ ਕਰ ਸਕਦਾ। ਫਾਇਰਵਾਲ ਦਾ ਕੀ ਕੰਮ ਹੁੰਦਾ ਹੈ, ਕੋਈ ਵੀ ਜਿਹੜੀ ਅਨਆਥੋਰਾਈਜ਼ਡ ਚੀਜ਼ ਹੈ ਉਹ ਅਟੈਕ ਕਰਦੀ ਹੈ, ਤਾਂ ਉੱਥੋਂ ਫਾਇਰਵਾਲ ਕੀ ਹੈ ਸਾਡਾ ਕੀ ਹੈ, ਬਚਾ ਲੈਂਦਾ, ਠੀਕ ਹੈ। ਹੁਣ ਟਰੋਜਨ ਹਾਰਸ ਕੀ ਹੈ, ਜਿਵੇਂ ਹੁਣ ਆਪਣੇ ਘਰ ਦੇ ਕੀ ਹੈ, ਸਿੰਪਲ ਭਾਸ਼ਾ 'ਚ ਦੱਸਾਂ, 2 ਦਰਵਾਜ਼ੇ ਨੇ, ਇੱਕ ਆਪਾਂ ਕਹਿ ਦਈਏ ਵੀ ਅੱਗੇ ਵਾਲਾ ਦਰਵਾਜ਼ਾ, ਇੱਕ ਕੀ ਹੈ ਪਿੱਛੇ ਵਾਲਾ ਦਰਵਾਜ਼ਾ। ਜਿਹੜਾ ਆਪਣਾ ਫਾਇਰਵਾਲ ਹੁੰਦਾ ਉਹ ਕੀ ਹੈ, ਅੱਗੇ ਵਾਲੇ ਦਰਵਾਜ਼ੇ 'ਤੇ ਖੜ੍ਹਾ, ਠੀਕ ਹੈ ਨਾ, ਇੱਥੋਂ ਤਾਂ ਚੀਜ਼ਾਂ ਪ੍ਰੋਟੈਕਟ ਕਰ ਲੂ, ਪਰ ਟਰੋਜਨ ਹਾਰਸ ਨੇ ਆ ਕੇ ਪਿਛਲੇ ਵਾਲੇ ਦਰਵਾਜ਼ੇ 'ਤੇ ਕੀ ਹੈ, ਅਟੈਕ ਕਰ ਦੇਣਾ। ਤਾਂ ਇਹ ਕੀ ਹੈ ਜੀ, ਟਰੋਜਨ ਹਾਰਸ ਦੀ ਆਪਾਂ ਕੀ ਹੈ, ਪ੍ਰੋਪਰਟੀ ਪੜ੍ਹ ਲਈ, ਠੀਕ ਹੈ। ਤਾਂ ਧਿਆਨ ਰੱਖਿਓ, ਇਹ ਆਪਸ਼ਨ ਇਹਦਾ ਸਹੀ ਆਨਸਰ ਹੈ। ਆਸ ਕਰਦਾ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ। ਸੌਫਟਵੇਅਰ ਡੈਟ ਮੋਨੀਟਰਸ ਯੂਅਰ ਆਨਲਾਈਨ ਕੰਪਿਊਟਰ ਐਕਟੀਵਿਟੀਜ਼ ਇਜ਼ ਨੋਨ ਐਜ਼, ਤੁਹਾਡੇ ਕੰਪਿਊਟਰ ਦੀਆਂ ਜਿਹੜੀਆਂ ਆਨਲਾਈਨ ਐਕਟੀਵਿਟੀਜ਼ ਨੇ, ਤੁਸੀਂ ਕੀ ਕਰ ਰਹੇ ਹੋ, ਉਹਨੂੰ ਮੋਨੀਟਰ ਕਰਦਾ ਕਿਹੜਾ ਸੌਫਟਵੇਅਰ ਹੁੰਦਾ ਜੀ, ਤਾਂ ਉਹ ਹੁੰਦਾ ਜੀ ਸਪਾਈਵੇਅਰ। ਬੀ ਆਪਸ਼ਨ ਬਹੁਤ ਆਉਂਦਾ ਜੀ ਪੇਪਰ ਦੇ ਵਿੱਚ, ਧਿਆਨ ਰੱਖਿਓ, ਬੀ ਆਪਸ਼ਨ ਸਪਾਈਵੇਅਰ। ਤੁਹਾਨੂੰ ਤੁਸੀਂ ਆਨਲਾਈਨ ਕੀ ਚੀਜ਼ ਖੋਲ੍ਹਦੇ ਹੋ, ਕਿਹੜੀ ਸਾਈਟ 'ਤੇ ਤੁਸੀਂ ਵਿਜ਼ਿਟ ਕਰਦੇ ਹੋ, ਤੁਹਾਡਾ ਕੀ ਰੂਟੀਨ ਹੈ, ਇਹ ਸਾਰਾ ਤੁਹਾਡਾ ਧਿਆਨ ਰੱਖਿਆ ਜਾਂਦਾ ਹੈ ਸਪਾਈਵੇਅਰ ਸੌਫਟਵੇਅਰ ਦੇ ਨਾਲ। ਬੀ ਆਪਸ਼ਨ ਇਸ ਕੁਐਸਚਨ ਦਾ ਸਹੀ ਆਨਸਰ ਹੈ ਜੀ, ਠੀਕ ਹੈ ਜੀ। 20th question, which is used to display one or more web pages within another normal web page, ਤਾਂ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਹੈ ਡਿਸਪਲੇ ਕਰਨ ਲਈ ਵਨ ਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨੂੰ ਇੱਕ ਨਾਰਮਲ ਵੈਬ ਪੇਜ 'ਤੇ ਸ਼ੋਅ ਕਰਨ ਦੇ ਲਈ, ਤਾਂ ਆਈ ਫਰੇਮ। ਇਹ ਆਪਸ਼ਨ ਕੀ ਹੈ ਜੀ, ਇਹਦਾ ਸੂਟੇਬਲ ਆਨਸਰ ਹੈ। ਵਨ ਲਾਈਨਰ ਹੈ, ਐਜ਼ ਇਟ ਇਜ਼ ਯਾਦ ਰੱਖਣਾ ਪਊਗਾ। ਹਾਈਪਰਲਿੰਕ ਤੁਹਾਨੂੰ ਦਿਸ ਰਿਹਾ ਹੈ, ਕੰਟਰੋਲ +K, ਸ਼ਾਰਟਕਟ ਕੀ ਦੀ ਹੈ ਜੀ, ਹਾਈਪਰ ਲਿੰਕ ਦੀ ਹੈ, ਧਿਆਨ ਰੱਖਿਓ। ਹੋਮ ਪੇਜ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ, ਹੋਮ ਪੇਜ ਨੂੰ ਹੋਰ ਕੀ ਕਿਹਾ ਜਾਂਦਾ ਹੈ, ਹੋਮ ਪੇਜ ਇਜ਼ ਆਲਸੋ ਨੋਨ ਐਜ਼ ਇੰਡੈਕਸ ਪੇਜ, ਠੀਕ ਹੈ ਜੀ। ਤਾਂ ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਸੀਂ ਯਾਦ ਰੱਖਣੀ ਹੈ, ਧਿਆਨ ਦੇ ਨਾਲ ਇਸ ਪ੍ਰੈਕਟਿਸ ਸੈੱਟ ਨੂੰ ਲਾਉਣਾ ਹੈ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਕੀ ਹੈ ਜੀ ਚੱਲ ਰਹੀ ਹੈ। ਆਪਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਕੀ ਹੈ, ਇੱਕ ਪ੍ਰੋਪਰਲੀ ਤਰੀਕੇ ਦੇ ਨਾਲ ਕੀ ਆਉਣ ਵਾਲੇ ਪੇਪਰਾਂ ਦੇ ਵਿੱਚ ਤਿਆਰੀ ਕਰਵਾ ਰਹੇ ਹਾਂ। ਤਾਂ ਜੇਕਰ ਤੁਹਾਨੂੰ ਸੈਸ਼ਨ ਹੈ ਜਿਹੜਾ ਉਹ ਵਧੀਆ ਲੱਗਦਾ ਹੈ, ਜਾਂ ਬੱਚਿਆਂ ਨੇ ਆਫਲਾਈਨ ਕਲਾਸਿਸ ਲਗਾਉਣੀਆਂ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵਾਲਾ ਬਟਨ ਨਾ ਦਬਾਉਣਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।